ਦਰਦ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫੇਰ ਤੋਂ ਸਵਾਗਤ ਹੈ। ਮੈਂ ਹਾਂ ਪ੍ਰਾਚੀ ਸੈਣੀ ਤੇ ਤੁਸੀਂ ਦੇਖ ਰਹੇ ਹੋ ਸਾਡਾ ਖਾਸ ਸ਼ੋਅ ਇਮੀਗ੍ਰੇਸ਼ਨ ਮੈਟਰਸ। ਸ਼ੋਅ ਵਿੱਚ ਗੱਲ ਕਰਾਂਗੇ ਹਫਤੇ 'ਚ ਆਈਆਂ ਇਮੀਗ੍ਰੇਸ਼ਨ ਦੀਆਂ ਤਾਜ਼ਾ ਖਬਰਾਂ ਦੀ, ਸਕੋਰਸ ਦੇ ਟ੍ਰੈਂਡਸ ਦੇ ਬਾਰੇ ਵੀ ਵਿਸਥਾਰਪੂਰਵਕ ਚਰਚਾ ਕਰਾਂਗੇ। ਇਸ ਦੇ ਨਾਲ ਹੀ ਤੁਹਾਨੂੰ ਦਵਾਂਗੇ ਕੁਝ ਖਾਸ ਟਿਪਸ ਫਰਮ ਦੀ ਐਕਸਪਰਟ ਹਿਮਸੈਲਫ। ਸੋ ਮੇਰੇ ਨਾਲ ਅੱਜ ਵਿਸਥਾਰਪੂਰਵਕ ਚਰਚਾ ਕਰਨ ਲਈ ਜੁੜ ਚੁੱਕੇ ਨੇ ਆਈਸੀਸੀ ਇਮੀਗ੍ਰੇਸ਼ਨ ਮਿਸਿਸਾਗਾ ਤੋਂ ਐਮਡੀ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ? Thank you, Prachi ji. First of all, ਤੁਹਾਨੂੰ we welcome you here on the show. Thank you. And second of all, ਸਾਰੇ ਹੀ listeners ਨੂੰ ICC ਇਮੀਗ੍ਰੇਸ਼ਨ ਦੀ ਸਮੁੱਚੀ ਟੀਮ ਵੱਲੋਂ MD ਮਨੂ ਰਤਨ RD ਰਿਪੂ ਢਿੱਲੋਂ ਵੱਲੋਂ ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ and thank you very much for having us on here. ਬਿਲਕੁਲ। ਅੱਛਾ, ਜਾਨਣਾ ਚਾਹਾਂਗੇ, ਸ਼ੁਰੂਆਤ ਕਰਦੇ ਹਾਂ, ਸਵੇਰੇ ਇੱਕ ਅਪਡੇਟ ਆਈ ਸੀਗੀ ਕਿ ਫਿਰ ਤੋਂ ਦੂਜਾ ਜਿਹੜਾ ਇਸ ਸਾਲ ਦਾ ਫ੍ਰੈਂਚ ਲੈਂਗੁਏਜ ਨੂੰ ਲੈ ਕੇ ਡਰਾ ਆਇਆ, ਜਿਹਦੇ ਵਿੱਚ 2500 ਦੇ ਕਰੀਬ ਇਨਵੀਟੇਸ਼ਨਸ ਜਾਰੀ ਕੀਤੇ ਗਏ ਨੇ। ਤੇ ਦੱਸ ਦੇਣਾ ਚਾਹੁੰਦੇ ਹਾਂ ਕਿ ਇਸ ਤੋਂ ਪਹਿਲਾਂ ਵੀ ਜਿਹੜਾ ਸਭ ਤੋਂ ਮੇਜਰ ਡਰਾ ਸੀਗਾ ਸਾਲ ਦਾ, ਜਿਹਦੇ ਵਿੱਚ 7000 ਇਨਵੀਟੇਸ਼ਨਸ ਜਾਰੀ ਕੀਤੇ ਗਏ ਸੀ, ਉਹ ਫ੍ਰੈਂਚ ਵਿੱਚ ਹੀ ਸੀਗੇ। ਹੁਣ ਦੂਜਾ ਫਿਰ ਫ੍ਰੈਂਚ 'ਚ ਆ ਰਿਹਾ ਹੈ। ਸੋ ਤੁਹਾਨੂੰ ਕੀ ਲੱਗਦਾ ਹੈ ਕਿ ਫ੍ਰੈਂਚ ਨੂੰ ਜ਼ਿਆਦਾ ਪ੍ਰੈਫਰੈਂਸ ਦਿੱਤੀ ਜਾ ਰਹੀ ਹੈ ਜਾਂ ਫਿਰ ਕੀ ਪਲੈਨਿੰਗਸ ਨੇ ਆਈਆਰਸੀਸੀ ਦੀ ਇਸ ਨੂੰ ਲੈ ਕੇ? Okay, Prachi ji, basically French francophones are in demand at this moment. ਜਿੰਨੇ ਵੀ ਫ੍ਰੈਂਚ ਪ੍ਰੋਫੈਸ਼ਨਲਸ ਹੈਗੇ ਨੇ, ਫ੍ਰੈਂਚ ਸਪੀਕਿੰਗ ਪ੍ਰੋਫੈਸ਼ਨਲਸ ਹੈਗੇ ਨੇ, ਵੀ ਨੀਡ them drastically and badly in all provinces. ਅਸੀਂ ਓਨਟਾਰੀਓ ਦੀ ਗੱਲ ਕਰ ਲਈ, ਅਸੀਂ ਨਿਊ ਬ੍ਰੰਸਵਿਕ ਦੀ ਗੱਲ ਕਰ ਲਈ, ਕਿਊਬੈਕ ਦੀ ਗੱਲ ਕਰ ਲਈ, ਨੋਵਾ ਸਕੋਸ਼ੀਆ ਦੀ ਗੱਲ ਕਰ ਲਈ। every province has their quota of French speaking people professionals and ਉਹ ਕੋਟਾ ਪ੍ਰੋਵਿੰਸਸ ਦਾ ਤੇ ਹੈਗਾ ਹੀ ਹੈ, ਫੈਡਰਲੀ ਵੀ ਇੱਕ ਕੋਟਾ ਐਗਜ਼ਿਸਟ ਕਰਦਾ ਹੈ। ਫੈਡਰਲੀ they have identified 6 categories. French speaking professionals are one category. ਦੂਸਰੇ ਆ ਗਏ ਹੈਲਥ ਸਰਵਿਸਿਜ਼ ਵਾਲੇ, ਜਿਹਦੇ ਵਿੱਚ all nurses, doctors, physiotherapists, pharmacists, dentists, they all qualify. Lab technicians, they are all qualify. ਉਸ ਤੋਂ ਬਾਅਦ ਤੀਜੀ ਆ ਗਈ ਜੀ ਟ੍ਰੇਡਸ ਦੀ ਕੈਟੇਗਰੀ। ਸੋ ਟ੍ਰੇਡਸ ਦੇ ਵਿੱਚ all professionals ਜਿਹੜੇ ਮਕੈਨਿਕ ਹੈਗੇ ਨੇ, ਜਿਹੜੇ ਹੱਥੀਂ ਕੰਮ ਜਾਣਦੇ ਨੇ, ਵੈਲਡਰਸ, ਇਲੈਕਟ੍ਰੀਸ਼ੀਅਨਸ, ਪਲੰਬਰਸ, they all qualify. ਮਸ਼ੀਨਿਸਟ, ਮਸ਼ੀਨ ਆਪਰੇਟਰਸ, ਮਸ਼ੀਨ ਪ੍ਰੋਗਰਾਮਸ, ਉਹ ਸਾਰੇ ਕੁਆਲੀਫਾਈ ਕਰਦੇ ਨੇ। ਐਂਡ ਜਿਹੜੀ ਪੰਜਵੀਂ ਕੈਟੇਗਰੀ ਜਿਹੜੀ ਹਾਈਲਾਈਟ ਕੀਤੀ ਜਾ ਰਹੀ ਹੈ, ਉਹ ਹੈਗੀ STEM ਪ੍ਰੋਫੈਸ਼ਨਲਸ ਦੀ, ਚੌਥੀ ਕੈਟੇਗਰੀ। ਉਹਦੇ ਵਿੱਚ ਸਾਇੰਸ, ਟੈਕਨੋਲੋਜੀ, ਇੰਜੀਨੀਅਰਿੰਗ ਐਂਡ ਮੈਥਮੈਟਿਕਸ ਦੇ ਪ੍ਰੋਫੈਸ਼ਨਲਸ ਆ ਰਹੇ ਨੇ, ਜਿਹਦੇ ਵਿੱਚ ਅਸੀਂ ਗੱਲ ਕਰ ਲਈਏ ਤਾਂ all engineers, whether they are electrical, French, electrical, mechanical, ਕਿਸੇ ਵੀ ਟੈਕਨੋਲੋਜੀ ਦੇ ਨਾਲ ਹੈਗੇ ਨੇ, ਬੀਟੈਕ ਕੀਤੀ ਹੋਈ ਹੈ। ਦੈਨ ਡਾਟਾ ਐਨਾਲਿਸਟ, ਡਾਟਾ ਸਾਇੰਟਿਸਟ, ਦੇ ਕੁਆਲੀਫਾਈ ਇਨ ਥੀਸ ਪ੍ਰੋਗਰਾਮਸ। ਆਰਕੀਟੈਕਟਸ, ਦੇ ਆਰ ਪਾਰਟ ਆਫ ਦਿਸ ਪ੍ਰੋਗਰਾਮ। ਆਲ ਵੈਬ ਡਿਵੈਲਪਰਸ, ਇੰਜੀਨੀਅਰਸ, ਕੰਪਿਊਟਰ ਇੰਜੀਨੀਅਰਸ, ਦੇ ਆਰ ਆਲ ਪਾਰਟ ਆਫ ਦਿਸ। ਐਂਡ ਜਿਹੜੀ ਉਸ ਤੋਂ ਬਾਅਦ ਪੰਜਵੀਂ ਸਟਰੀਮ ਰਹਿ ਜਾਂਦੀ ਹੈਗੀ, ਉਹ ਹੈਗੀ ਆਟੋਮੋਟਿਵ ਐਂਡ ਐਗਰੀਕਲਚਰ ਸਟਰੀਮ। ਸੋ ਆ 6 ਆਇਡੈਂਟੀਫਾਈਡ ਸਟਰੀਮਸ ਹੈਗੀਆਂ ਜਿਨ੍ਹਾਂ ਦੇ ਉੱਤੇ ਫੋਕਸ ਹੈਗਾ। ਸੋ ਤੁਸੀਂ ਫ੍ਰੈਂਚ ਦਾ ਉੱਤੇ ਗਿਆ ਤਾਂ ਫ੍ਰੈਂਚ ਐਬਸੋਲੂਟਲੀ ਇਜ਼ ਐਨ ਡਿਮਾਂਡ ਆਫ ਦਾ ਡੇ। ਸੋ ਉਹਦਾ ਸਕੋਰ ਵੀ ਦੇਖੋ 300 ਤੇ ਜਾ ਰਿਹਾ ਹੈਗਾ, 336 ਦੇ ਉੱਤੇ ਉਹ ਡਰਾਸ ਪਿਕ ਹੋ ਰਹੇ ਨੇ। ਸੋ ਇਸ ਤੋਂ ਬੈਟਰ ਕੀ ਹੋ ਸਕਦਾ? ਜਿਹੜੇ ਫ੍ਰੈਂਚ ਪ੍ਰੋਫੈਸ਼ਨਲਸ ਹੈਗੇ ਨੇ ਉਹ ਤੇ ਆਰਾਮ ਨਾਲ ਕੁਆਲੀਫਾਈ ਕਰ ਜਾਂਦੇ ਨੇ। ਬਿਲਕੁਲ ਬਿਲਕੁਲ। ਇਸ ਦੇ ਨਾਲ ਹੀ ਦਰਸ਼ਕਾਂ ਦੇ ਸਵਾਲ ਵੀ ਬਿਲਕੁਲ ਆਪਾਂ ਲਵਾਂਗੇ, ਤੁਸੀਂ ਕਾਲਸ ਕਰ ਸਕਦੇ ਹੋ। ਅੱਗੇ ਵਧਣ ਤੋਂ ਪਹਿਲਾਂ ਤੁਸੀਂ ਸਕੋਰ ਦੀ ਗੱਲ ਕੀਤੀ ਹੈ ਨਾ, 300 ਜਿਹੜਾ ਫ੍ਰੈਂਚ ਦਾ 300 ਦੇ ਕਰੀਬ ਹੈਗਾ। ਪਰ ਜੇ ਆਪਾਂ ਨਾਰਮਲ ਐਕਸਪ੍ਰੈਸ ਐਂਟਰੀ ਦੇ ਸਕੋਰਸ ਦੇਖੀਏ ਤਾਂ ਬਹੁਤ ਚਿੰਤਾਜਨਕ ਨੇ, ਕਿਉਂਕਿ ਜੇ ਆਪਾਂ ਸਾਲ ਦੀ ਸ਼ੁਰੂਆਤ ਦੀ ਗੱਲ ਕਰੀਏ ਤਾਂ 540 ਦੇ ਕਰੀਬ ਤਕਰੀਬਨ ਆਏ ਸੀਗੇ ਤੇ ਹੁਣ ਤੱਕ ਉਹ ਕਿਤੇ ਘਟਦੇ ਸਾਨੂੰ ਨਜ਼ਰ ਨਹੀਂ ਆ ਰਹੇ। ਜੇ ਅੰਕੜਿਆਂ ਦੀ ਗੱਲ ਕਰੀਏ 22000 ਦੇ ਤਕਰੀਬਨ ਸਾਨੂੰ ਹੈ ਨਾ ਇਨਵੀਟੇਸ਼ਨਸ ਵੀ ਦੇਖ ਚੁੱਕੇ ਹਾਂ ਕਿ ਆਈਆਰਸੀਸੀ ਜਾਰੀ ਕਰ ਚੁੱਕਿਆ ਹੈ। ਬਹੁਤ ਜ਼ਿਆਦਾ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ ਇੰਨੇ ਹਾਈ ਸੀਆਰਐਸ ਸਕੋਰਸ। ਤੁਹਾਨੂੰ ਕੀ ਲੱਗਦਾ ਹੈ ਕਿ ਇਹ ਟ੍ਰੈਂਡ ਜਿਹੜਾ ਕਿ ਡਿਸਟਰਬਿੰਗ ਵੀ ਹੈਗਾ ਆਬਵੀਅਸਲੀ, ਕਿਉਂਕਿ ਬਹੁਤ ਲੋਕ ਹਲੇ ਵੀ ਉਹਨਾਂ ਦਾ ਸੁਪਨਾ ਹੀ ਰਹਿ ਰਿਹਾ ਪੀਆਰ। ਤੁਹਾਨੂੰ ਕੀ ਲੱਗਦਾ ਸਾਲ ਦੇ ਅੰਤ ਤੱਕ ਜਾਂ ਮਿਡ ਤੱਕ ਇਹਦੇ 'ਚ ਕੋਈ ਰਾਹਤ ਆਊਗੀ? ਓਕੇ, ਇਸ ਟਾਈਮ ਤੇ ਗਵਰਨਮੈਂਟ ਵਾਂਟਸ, IRCC ਵਾਂਟਸ ਕਿ ਅਸੀਂ ਪ੍ਰੋਫੈਸ਼ਨਲਸ ਨੂੰ ਲਈਏ ਐਂਡ ਟਾਰਗੇਟਡ ਪ੍ਰੋਫੈਸ਼ਨਲਸ ਹੈਗੇ ਨੇ। ਸੋ 534 ਤੇ ਲਾਸਟ ਡਰਾ ਗਿਆ ਹੈਗਾ, ਜਿਹਦੇ 1410 ਇਨਵੀਟੇਸ਼ਨਸ ਪਿਕ ਕੀਤੇ ਗਏ ਨੇ। ਉਸ ਤੋਂ ਪਹਿਲਾਂ 535 ਸੀਗਾ, 1490 ਇਨਵੀਟੇਸ਼ਨਸ ਸੀਗੇ। ਸੋ ਬੇਸਿਕਲੀ ਅਸੀਂ ਸਾਰੇ ਡਰਾਸ ਦੇਖ ਲਈਏ, 1000, 1200, 1500 ਉੱਥੇ ਕੀ ਡਰਾਸ ਹੈਗੇ ਨੇ ਜਨਰਲ ਸਟਰੀਮ ਦੇ। ਸੋ ਜਨਰਲ ਸਟਰੀਮ ਦੇ ਵਿੱਚ ਅਸੀਂ 500 ਤੋਂ ਉੱਪਰ ਦੀ ਗੱਲ ਕਰੀਏ ਤੇ ਇਸ ਟਾਈਮ ਤੇ 10000 ਤੋਂ ਜ਼ਿਆਦਾ ਪ੍ਰੋਫਾਈਲਸ 500 ਐਂਡ ਅਬਵ ਹੈਗੇ ਨੇ ਇਸ ਟਾਈਮ ਤੇ ਐਕਸਪ੍ਰੈਸ ਐਂਟਰੀ ਪੂਲ ਦੇ ਵਿੱਚ। 490 to 500 ਦੇ ਵਿੱਚ ਅਗੇਨ ਤਕਰੀਬਨ 7500 ਪ੍ਰੋਫਾਈਲ ਹੈਗੇ ਨੇ। 470 to 490 ਦੇ ਵਿੱਚ ਤਕਰੀਬਨ 17000 ਪ੍ਰੋਫਾਈਲ ਹੈਗੇ ਨੇ। ਸੋ ਤਕਰੀਬਨ 35000 40000 30 ਤੋਂ 40000 ਐਪਲੀਕੈਂਟਸ ਇਸ ਟਾਈਮ 470 ਤੋਂ ਉੱਪਰ ਬੈਠਾ ਹੈਗਾ। ਸੋ ਜੇ ਛੋਟੇ ਛੋਟੇ ਡਰਾਜ਼ ਆਣਗੇ 1500 ਤੇ ਉਹ ਸਕੋਰ ਉੱਥੇ ਹੀ ਰਹੇਗਾ।
until and unless we get 2 or 3 big draws 4000 3500 4500 ਐਪਲੀਕੇਸ਼ਨਸ ਇੱਕ ਡਰਾ ਦੇ ਵਿੱਚ ਪਿੰਗ ਹੋਣਗੇ ਤਾਂ ਸਕੋਰ ਥੱਲੇ ਜਾਣ ਦੀ ਉਮੀਦ ਹੈਗੀ ਹੈ ਅਦਰਵਾਈਜ਼ ਸਕੋਰ ਇਜ਼ ਗੋਇੰਗ ਟੂ ਬੀ ਐਟ ਦੈਟ ਹੁਣ ਇਹਦੇ ਵਿੱਚ ਸਭ ਤੋਂ ਜ਼ਿਆਦਾ ਇੰਪੈਕਟ ਹੂ ਆਰ ਦਾ ਵਨਸ ਹੂ ਹੈਵ ਬੀਨ ਇੰਪੈਕਟਡ ਬਾਈ ਦਿਸ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਖਾਸ ਕਰ ਇਸ ਟਾਈਮ ਕੈਨੇਡਾ ਦੇ ਵਿੱਚ ਹੈਗੇ ਨੇ ਜਾਂ ਜਿਹੜੇ ਜਿਨ੍ਹਾਂ ਦੀ ਏਜ 35 ਕ੍ਰਾਸ ਕਰ ਗਈ ਹੈਗੀ ਹੈ ਦੇ ਆਰ ਦਾ ਵਨਸ ਹੂ ਆਰ ਰੀਅਲੀ ਅਫੈਕਟਡ ਬਿਕੋਜ਼ ਉਹਨਾਂ ਦਾ 500 ਦੇ ਆਸ-ਪਾਸ ਸਕੋਰ ਪਹੁੰਚ ਹੀ ਨਹੀਂ ਸਕਦਾ ਅੰਟਲ ਅਨਲੈਸ ਉਹ ਕਿਸੇ ਸਪੈਸ਼ਲ ਗਰੁੱਪ ਦੇ ਵਿੱਚ ਹੋਣ ਸਟੈਮ ਦੇ ਵਿੱਚ ਫਾਲ ਕਰਦੇ ਹੋਣ ਹੈਲਥ ਸਰਵਿਸਿਜ਼ ਦੇ ਵਿੱਚ ਫਾਲ ਕਰਦੇ ਹੋਣ ਤੇ ਤਾਂ ਪਿਕ ਹੋਣ ਦੇ ਚਾਂਸਸ ਹੈਗੇ ਨੇ ਬਿਲਕੁਲ ਅੱਛਾ ਤੁਸੀਂ ਗੱਲ ਕੀਤੀ ਸਟੂਡੈਂਟਸ ਦੀ ਗੱਲ ਕਰੀਏ ਤਾਂ ਤਕਰੀਬਨ 1 ਮਿਲੀਅਨ ਦੇ ਕਰੀਬ ਇਸ ਟਾਈਮ ਤੇ ਪੋਪੂਲੇਸ਼ਨ ਸਟੂਡੈਂਟਸ ਦੀ ਹੋ ਗਈ ਹੈ ਜਿੰਨੀ ਮਰਜ਼ੀ ਸਰਕਾਰ ਕੋਸ਼ਿਸ਼ ਵੀ ਕਰ ਰਹੀ ਹੈ ਕਿ ਥੋੜਾ ਇਸ ਤੇ ਕੰਟਰੋਲ ਕੀਤਾ ਜਾਵੇ ਜਿਵੇਂ ਕਿ BC ਵਿੱਚ 2 ਸਾਲ ਦਾ ਬੈਨ ਵੀ ਲਗਾਇਆ ਗਿਆ ਹੈ ਤੇ ਹੋਰ ਵੀ ਆਪਾਂ ਗੱਲ ਕਰੀਏ ਤਾਂ ਸਰਕਾਰ ਆਪਣੇ ਵੱਲੋਂ ਕੋਸ਼ਿਸ਼ ਕਰ ਰਹੀ ਹੈ ਪਰ ਕਿਤੇ ਨਾ ਕਿਤੇ ਸਟੂਡੈਂਟਸ ਦੇ ਵੀ ਜਿਹੜੇ ਹਾਲਾਤ ਨੇ ਉਹ ਸੁਧਰਦੇ ਨਜ਼ਰ ਨਹੀਂ ਆ ਰਹੇ ਨੇ ਸਾਨੂੰ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੇ ਸਾਰੇ ਮੇਅਰਸ ਰੀਸੈਂਟਲੀ ਜਨਵਰੀ ਦੇ ਵਿੱਚ ਅਨਾਉਂਸ ਕੀਤੇ ਗਏ ਨੇ ਦਿਸ ਇਜ਼ ਬੀਨ ਅਨਾਉਂਸਡ ਤਾਂ ਕਿ ਅਸੀਂ ਜਿਹੜੇ ਸਟੂਡੈਂਟਸ ਇਸ ਟਾਈਮ ਕੈਨੇਡਾ ਦੇ ਵਿੱਚ ਹੈਗੇ ਨੇ ਅਸੀਂ ਉਹਨਾਂ ਨੂੰ ਕਿਸ ਤਰ੍ਹਾਂ ਲੁੱਕ ਆਫਟਰ ਕਰ ਸਕਦੇ ਹਾਂ ਅੱਗੇ ਉਸ ਵੱਡੀ ਤਾਦਾਦ ਦੇ ਵਿੱਚ ਨਾ ਆਉਣ ਐਸੇ ਵਾਸਤੇ ਨੰਬਰਸ ਕੱਟ ਕੀਤੇ ਗਏ ਨੇ ਫॉर 2024 ਐਂਡ 2025 ਹੁਣ ਇਸ ਟਾਈਮ ਤੇ ਤੁਸੀਂ ਐਬਸੋਲੂਟਲੀ ਰਾਈਟ ਕਿਹਾ ਜੀ ਇਸ ਟਾਈਮ ਤੇ ਤਕਰੀਬਨ 9 ਲੱਖ ਤੋਂ ਜ਼ਿਆਦਾ ਇੰਟਰਨੈਸ਼ਨਲ ਸਟੂਡੈਂਟਸ ਕੈਨੇਡਾ ਦੇ ਵਿੱਚ ਹੈਗੇ ਨੇ ਲੈਟਸ ਟੇਕ ਦਿਸ ਕਾਲ ਐਂਡ ਦੈਨ ਵਿਲ ਕਮ ਬੈਕ ਸਤਿ ਸ਼੍ਰੀ ਅਕਾਲ ਜੀ 0202 ਹਾਂਜੀ ਕੀ ਸਵਾਲ ਹੈ ਤੁਹਾਡਾ ਅਸੀਂ ਪੁੱਛਣਾ ਸੀ ਸਾਡਾ 22 ਚ ਨੈਣੀ ਦਾ ਲਾਇਆ ਸੀ ਕੇਸ ਹਾਂਜੀ ਤੇ ਉਹ ਪਿਛਲੇ ਸਾਲ ਦਸੰਬਰ ਚ ਪ੍ਰੀ ਅਪਰੂਵਲ ਦੀ ਆ ਗਈ ਸੀਗੀ ਠੀਕ ਹੈ ਜੀ ਤੇ ਹੁਣ ਪੁੱਛਣਾ ਵੀ ਕਿੰਨਾ ਕੁ ਟਾਈਮ ਉਸ ਤੋਂ ਬਾਅਦ ਲੱਗ ਜਾਂਦਾ ਬਿਲਕੁਲ ਤਾਂ ਕਾਲ ਤੋਂ ਬਾਅਦ ਤੁਸੀਂ ਆਪਣਾ ਸਕਰੀਨ ਤੇ ਸਵਾਲ ਸੁਣ ਸਕਦੇ ਹੋ ਜੀ ਸ਼ੁਕਰੀਆ ਧੰਨਵਾਦ ਜੀ ਅੱਛਾ ਜੀ ਓਕੇ ਜੀ ਥੈਂਕ ਬਿਲਕੁਲ ਸਵਾਲ ਇਹਨਾਂ ਦਾ ਲੈਣਾ ਚਾਹਾਂਗੇ ਪ੍ਰਾਚੀ ਜਿਹੜਾ ਬੇਸਿਕਲੀ ਉਹਨਾਂ ਦਾ ਪ੍ਰੀ ਅਪਰੂਵਲ ਆ ਗਿਆ ਹੈਗਾ ਸੋ ਬੇਸਿਕਲੀ ਉਹ ਵਰਕ ਪਰਮਿਟ ਤੇ ਕੈਨੇਡਾ ਦੇ ਵਿੱਚ ਆ ਚੁੱਕੇ ਹੋਣਗੇ ਇਸ ਟਾਈਮ ਤੇ ਸੋ ਜੇ ਆ ਚੁੱਕੇ ਹੈਗੇ ਨੇ ਦੇ ਹੈਵ ਟੂ ਬੀ ਹੇਅਰ ਫॉर ਸਮ ਟਾਈਮ ਐਂਡ ਐਪਲੀਕੇਸ਼ਨ ਦੇ ਹੈਵ ਟੂ ਬੀ ਪੇਸ਼ੈਂਟ ਐਪਲੀਕੇਸ਼ਨ ਉਹਨਾਂ ਦੀ ਪ੍ਰੋਸੈਸ ਹੋ ਜਾਏਗੀ ਇਟ ਮਾਈਟ ਟੇਕ ਈਅਰ ਟੂ 2 ਇਅਰਸ ਐਜ਼ ਆਫ ਟੁਡੇ ਬਿਲਕੁਲ ਅੱਛਾ ਵਾਪਸ ਆਪਣੇ ਸਵਾਲ ਵੱਲ ਅਸੀਂ ਆਨੇ ਆ PNPs ਦੀ ਵੀ ਗੱਲ ਕਰਾਂਗੇ ਤੁਹਾਡੇ ਨਾਲ ਬਹੁਤ ਵੱਡਾ ਇੱਕ ਜ਼ਰੀਆ ਹੁੰਦਾ PNP ਦਾ ਵੀ ਹੈ ਨਾ ਕਈ ਲੋਕਾਂ ਦਾ ਆਪਦੇ PR ਦੇ ਸੁਪਨੇ ਤੱਕ ਪਹੁੰਚਣ ਦਾ ਬਹੁਤ ਚਰਚੇ 'ਚ ਰਿਹਾ ਐਲਬਰਟਾ PNP ਕਿਉਂਕਿ ਬਹੁਤ ਲੋਕਾਂ 'ਚ ਹਲੇ ਵੀ ਲੋਕਾਂ ਨੂੰ ਕਲੈਰਿਟੀ ਨਹੀਂ ਹੋ ਰਹੀ ਹੈ ਵਹਿਮ ਹੈ ਕਿ ਉਹ ਬੰਦ ਹੋ ਗਈ ਹੈ ਰਿਜ਼ਿਊਮ ਹੋਊਗੀ ਤੁਹਾਡੇ ਤੋਂ ਜਾਨਣਾ ਚਾਹਾਂਗੇ ਉਸ ਦੇ ਬਾਰੇ ਅਸਲ ਕੀ ਸੱਚ ਹੈ ਐਲਬਰਟਾ PNP ਦਾ ਫੈਲਾ ਪ੍ਰਾਚੀ ਐਲਬਰਟਾ ਐਡਵਾਂਟੇਜ ਪ੍ਰੋਗਰਾਮ ਜਿਹੜਾ ਐਗਜ਼ਿਸਟ ਕਰਦਾ ਪਿਆ ਰੀਸੈਂਟਲੀ ਅਰਾਊਂਡ 15th of February ਦੇ ਵਿੱਚ ਵੀ ਹੈਡ ਐਨ ਅਪਡੇਟ ਕਿ ਦੇ ਆਰ ਕਮਿੰਗ ਅਪ ਵਿਦ ਅ ਨਿਊ ਪ੍ਰੋਗਰਾਮ ਔਨ 1st of March ਉਹ ਹਸਪਿਟੈਲਿਟੀ ਸਟਰੀਮ ਨੂੰ ਟਾਰਗੇਟ ਕਰੇਗਾ ਤੇ ਤਕਰੀਬਨ 2 ਦਿਨਾਂ ਦੇ ਬਾਅਦ 3 ਦਿਨਾਂ ਦੇ ਬਾਅਦ ਵੀ ਸੌਤ ਕੇ ਉਹਨਾਂ ਨੇ ਟੈਂਪਰੇਰੀ ਪੌਜ਼ ਲਗਾ ਦਿੱਤਾ ਇਹਨਾਂ ਐਪਲੀਕੇਸ਼ਨਸ ਦੇ ਜਸਟ ਟੂ ਅਸੈਸ ਕਿ ਅਸੀਂ ਖੜੇ ਕਿੱਥੇ ਹੈਗੇ ਆ ਕਿੰਨੀਆਂ ਐਪਲੀਕੇਸ਼ਨਸ ਪੂਲ ਦੇ ਵਿੱਚ ਹੈਗੀਆਂ ਕਿਹੜੀਆਂ ਐਪਲੀਕੇਸ਼ਨਸ ਅਸੀਂ ਪਿਕ ਕਰਨੀਆਂ ਹੈਗੀਆਂ ਕ੍ਰਿਟੀਕਲ ਡਰਾਜ਼ ਦੇ ਵਿੱਚ ਕਿਹੜੀਆਂ ਆਕੂਪੇਸ਼ਨਸ ਹੈਗੀਆਂ ਕ੍ਰਿਟੀਕਲ ਆਕੂਪੇਸ਼ਨਸ ਦੇ ਵਿੱਚ ਕਿੰਨੀਆਂ ਐਪਲੀਕੇਸ਼ਨਸ ਹੈਗੀਆਂ ਐਟ ਦਿਸ ਮੋਮੈਂਟ ਹੁਣ ਰਿਜ਼ਿਊਮ ਹੋ ਚੁੱਕਾ ਹੈ ਬੇਸਿਕਲੀ ਉਹ ਨਵਾਂ ਪ੍ਰੋਗਰਾਮ ਵੀ ਅਨਾਉਂਸ ਹੋ ਗਿਆ ਹਸਪਿਟੈਲਿਟੀ ਦਾ ਬਟ ਰਿਜ਼ਿਊਮ ਕੀ ਹੋਇਆ ਇਟ ਇਜ਼ ਸਟਿਲ ਇਨ ਪੌਜ਼ ਦ ਪ੍ਰੋਗਰਾਮ ਇਜ਼ ਸਟਿਲ ਇਨ ਪੌਜ਼ ਹੁਣ ਟਾਰਗੇਟ ਕੀ ਹੈਗਾ ਜੀ ਕੰਸਟਰਕਸ਼ਨ ਸਟਰੀਮਸ ਆਰ ਇਨ ਟਾਰਗੇਟਡ ਡਰਾਜ਼ ਹੈਲਥ ਸਰਵਿਸਿਜ਼ ਆਰ ਇਨ ਟਾਰਗੇਟਡ ਡਰਾਜ਼ ਉਸ ਤੋਂ ਬਾਅਦ ਟ੍ਰੇਡਸ ਇਨ ਟਾਰਗੇਟਡ ਡਰਾਜ਼ ਹੈਗੇ ਨੇ ਐਂਡ ਚੌਥਾ ਹਸਪਿਟੈਲਿਟੀ ਸਟਰੀਮ ਇੱਕ ਟਾਰਗੇਟਡ ਡਰਾਜ਼ ਦੇ ਵਿੱਚ ਆ ਗਈ ਹੈਗੀ ਸੋ ਬਟ ਹਲੇ ਦੇ ਆਰ ਟ੍ਰਾਈਂਗ ਟੂ ਅਸੈਸ ਕਿ ਬੈਕ ਲੌਗ ਕਿੰਨਾ ਹੈਗਾ ਸਾਡੇ ਕੋਲ ਹਾਊ ਸੂਨ ਕੈਨ ਵੀ ਪ੍ਰੋਸੈਸ ਥੀਸ ਐਪਲੀਕੇਸ਼ਨਸ ਐਂਡ ਦੈਨ they will start accepting these applications and ਇੱਥੇ ਇੱਕ ਚੀਜ਼ ਹੋਰ ਆਈ ਹੈ ਪ੍ਰਾਚੀ ਕਿ ਐਲਬਰਟਾ ਨੇ ਇੱਕ ਨਵਾਂ ਇਨਸੈਂਟਿਵ ਵੀ ਅਨਾਉਂਸ ਕੀਤਾ ਹੈਗਾ $5,000 ਦਾ ਸੋ $5,000 ਦਾ ਜਿਹੜਾ ਇਨਸੈਂਟਿਵ ਅਨਾਉਂਸ ਕੀਤਾ ਗਿਆ ਇਹ ਬੇਸਿਕਲੀ ਟ੍ਰੇਡ ਪ੍ਰੋਫੈਸ਼ਨਲਸ ਵਾਸਤੇ ਕੀਤਾ ਗਿਆ ਬਿਕੋਜ਼ ਉੱਥੇ ਕਾਫੀ ਸਾਰੀ ਕੰਸਟਰਕਸ਼ਨ ਇਜ਼ ਇਨ ਬਿਗ ਬੂਮ ਐਟ ਦਿਸ ਮੋਮੈਂਟ ਐਂਡ ਇੱਕ ਰਿਫਾਈਨਰੀ ਪੈਟਰੋਕੈਮੀਕਲ ਦੀ ਰਿਫਾਈਨਰੀ ਡੋਜ਼ ਬਣਾ ਰਹੇ ਹੈਗੇ ਨੇ ਔਰ ਉਹਦਾ ਜਿਹੜਾ ਬਜਟ ਹੈਗਾ ਉਹ ਤਕਰੀਬਨ $10 ਬਿਲੀਅਨ ਦਾ ਬਜਟ ਹੈਗਾ ਉਸ ਕੰਸਟਰਕਸ਼ਨ ਸਾਈਡ ਦਾ that means ke sare professionals they will be sucked into such bigger projects so Alberta baki they will be short of lot of trade professionals so ਉਹਨਾਂ ਨੇ 5000 ਦਾ ਇਨਸੈਂਟਿਵ ਉਸ ਉਹਨਾਂ ਵਾਸਤੇ ਮੂਵ ਕੀਤਾ ਜਿਹੜੇ ਓਨਟਾਰੀਓ ਤੋਂ ਮੂਵ ਹੋਣਾ ਚਾਹੁੰਦੇ ਨੇ ਜਾਂ ਬਾਕੀ ਪ੍ਰੋਵਿੰਸਸ ਤੋਂ ਉੱਥੇ ਮੂਵ ਹੋਣਾ ਚਾਹੁੰਦੇ ਨੇ we will have more details in the coming months but that is what is happening in Alberta so Alberta ਦੇ ਵਿੱਚ ਟੈਂਪਰੇਰੀ ਪੌਜ਼ ਜ਼ਰੂਰ ਹੈਗਾ ਆ ਐਂਡ ਉੱਥੇ 1 ਸਾਲ ਕੰਮ ਕਰਨ ਤੋਂ ਬਾਅਦ PNP ਦੇ ਵਿੱਚ ਬੱਚੇ ਕੁਆਲੀਫਾਈ ਕਰ ਸਕਦੇ ਨੇ ਸੋ ਬੱਚਿਆਂ ਨੂੰ ਅੱਜ ਦੀ ਤਰੀਕ ਦੇ ਵਿੱਚ ਆਹ ਸੋਚਣਾ ਚਾਹੀਦਾ ਕਿ ਵਾਟ ਇਜ਼ ਦਾ ਸਟਰੀਮ ਜਿਹਦੇ ਵਿੱਚ ਮੈਂ ਕੁਆਲੀਫਾਈ ਕਰ ਸਕਦਾ ਬਿਕੋਜ਼ ਤੁਸੀਂ ਜਿਸ ਤਰ੍ਹਾਂ ਕਿਹਾ 1 ਮਿਲੀਅਨ ਦੇ ਆਸ-ਪਾਸ ਇਸ ਟਾਈਮ ਤੇ ਫੋਰਨ ਇੰਟਰਨੈਸ਼ਨਲ ਸਟੂਡੈਂਟਸ ਹੈਗੇ ਨੇ ਸੋ 1 ਮਿਲੀਅਨ ਤਾਂ ਟੋਟਲ ਵੈਕੈਂਸੀਜ਼ ਨਹੀਂ ਸਾਰੀਆਂ ਅਸੀਂ ਸਾਲ ਦੇ ਵਿੱਚ ਪਿਕ ਕਰ ਰਹੇ ਐਕਸਪ੍ਰੈਸ ਐਂਟਰੀ ਦੇ ਵਿੱਚ 1,10,000 ਐਪਲੀਕੇਸ਼ਨਸ ਲਿੱਤੀਆਂ ਜਾ ਰਹੀਆਂ ਅਸੀਂ PNP ਦੀ ਗੱਲ ਕਰੀਏ ਤੇ 1,17,000 ਐਪਲੀਕੇਸ਼ਨਸ ਦਾ ਕੋਟਾ ਹੈਗਾ 2024 ਦਾ 2,30,000 ਤਾਂ ਐਪਲੀਕੇਸ਼ਨਸ ਬਣੀਆਂ
ਤੇ ਬੱਚੇ ਹੈਗੇ ਨੇ 9 ਲੱਖ ਤੇ ਹਾਊ ਵਿਲ ਦੇ ਗੈਟ ਪਿਕਡ ਅਪ ਐਂਡ ਐਟ 2,30,000 ਦੇ ਵਿੱਚ ਵੀ there are STEM professionals, there are trade professionals, there are healthcare professionals, there are French professionals. So it is not targeted only towards the international students. So the priority and prerogative students ਦੇ ਉੱਤੇ ਹੈਗਾ ਕਿ ਉਹ ਪਿਕ ਕਰਨ ਕਿ ਮੈਂ ਮੇਰੇ ਵਾਸਤੇ ਕਿਹੜੀ ਸਟਰੀਮ ਕੰਡਿਊਸਿਵ ਹੈਗੀ ਹੈ ਪਰਮਨੈਂਟ ਰੈਜ਼ੀਡੈਂਸੀ ਲੈਣ ਵਾਸਤੇ ਸੋ ਦੇ ਹੈਵ ਟੂ ਡਿਸਾਈਡ ਵੈਦਰ ਇਟ ਵੁੱਡ ਬੀ ਸੈਸਕੈਚੁਅਨ ਚ ਵੀ ਪੌਜ਼ ਹੈਗਾ ਕੁਝ ਐਪਲੀਕੇਸ਼ਨਸ ਦੇ ਉੱਤੇ ਹਾਂ ਜਿਹੜਾ ਲਾਸਟ ਡਰਾ ਕੱਲ ਸੈਸਕੈਚੁਅਨ ਨੇ ਆਊਟ ਕੀਤਾ 89 ਦੇ ਸਕੋਰ ਦੇ ਉੱਤੇ ਟਾਰਗੇਟਡ ਡਰਾਜ਼ ਪਿਕ ਕੀਤੇ ਨੇ ਟਾਰਗੇਟਡ ਆਕੂਪੇਸ਼ਨਸ 89 ਬੱਚੇ ਤੇ ਪਹੁੰਚ ਹੀ ਨਹੀਂ ਸਕਦੇ ਜਿਹੜਾ ਬ੍ਰਿਟਿਸ਼ ਕੋਲੰਬੀਆ ਦਾ ਇਸ ਵੀਕ ਦਾ ਡਰਾ ਸੀਗਾ 126 ਦੇ ਸਕੋਰ ਤੇ ਸੀਗਾ 126 ਬੱਚੇ ਪਹੁੰਚ ਹੀ ਨਹੀਂ ਸਕਦੇ ਹੈਗੇ ਸੋ ਹਾਂ ਜੇ ਤੁਸੀਂ अर्ਲੀ ਚਾਈਲਡਹੁੱਡ ਐਜੂਕੇਸ਼ਨ ਕੀਤੀ ਹੋਈ ਹੈ ECE ਕੀਤੀ ਹੋਈ ਹੈ ਉਹ 60 ਤੇ ਡਰਾ ਕੰਜ਼ੀਕਿਊਟਿਵਲੀ ਚੱਲ ਰਿਹਾ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਬਾਕੀ ਟ੍ਰੇਡਸ ਦੇ ਸ਼ੁੱਡ ਥਿੰਕ ਕਿ ਮੇਰਾ ਪ੍ਰੋਵਿੰਸ ਕਿਹੜਾ ਹੋ ਸਕਦਾ ਹੈਗਾ ਬ੍ਰਿਟਿਸ਼ ਕੋਲੰਬੀਆ ਨੂੰ ਥੋੜਾ ਜਿਹਾ ਮੋਹ ਛੱਡਣਾ ਪੈਣਾ ਉਹਨਾਂ ਨੂੰ ਬੱਚਿਆਂ ਨੂੰ ਓਨਟਾਰੀਓ ਨਾਲ ਵੀ ਸੇਮ ਚੀਜ਼ ਹੈਗੀ ਹੈ ਹੁਣ ਅਸੀਂ ਗੱਲ ਕਰੀਏ ਕਿ ਮੈਨੀਟੋਬਾ ਜਿਹੜਾ ਬੱਚਾ BC ਤੋਂ ਮੂਵ ਹੋਏਗਾ ਜਾਂ ਓਨਟਾਰੀਓ ਤੋਂ ਮੈਨੀਟੋਬਾ ਮੂਵ ਹੋਏਗਾ ਉਹਦੇ 200 ਪੁਆਇੰਟਸ ਤਾਂ ਰਾਈਟ ਅਵੇ ਮਾਈਨਸ ਹੋ ਜਾਂਦੇ ਨੇ ਸੋ ਉਹ ਕੰਪੀਟ ਹੀ ਨਹੀਂ ਕਰ ਸਕਦੇ ਬਿਕੋਜ਼ 100 ਪੁਆਇੰਟਸ ਉਹ ਜਿਹਨੇ ਐਜੂਕੇਸ਼ਨ ਬਾਹਰ ਲਿੱਤੀ ਉਹਦੇ ਮਾਈਨਸ ਹੋ ਜਾਣੇ 100 ਪੁਆਇੰਟਸ ਜੇ ਜੌਬ ਕੀਤੀ ਤਾਂ ਮਾਈਨਸ ਹੋ ਜਾਣੇ ਸੋ 200 ਪੁਆਇੰਟਸ ਮਾਈਨਸ ਹੋ ਕੇ ਤੁਸੀਂ ਉੱਥੇ 759 ਦੇ ਆਸ-ਪਾਸ ਪਹੁੰਚ ਹੀ ਨਹੀਂ ਸਕਦੇ ਜਾਂ ਜਿਹੜੇ ਡਰਾਸ ਚੱਲ ਰਹੇ ਨੇ 700 ਪਲੱਸ ਉੱਥੇ ਪਿਕ ਹੀ ਨਹੀਂ ਹੋਣੇ ਹੁਣ ਰੀਸੈਂਟ ਚੇਂਜਸ ਆ ਗਈਆਂ ਜੀ ਨਿਊ ਬ੍ਰੰਸਵਿਕ ਦੇ ਵਿੱਚ ਦੇ ਵਾਂਟ ਕਿ 1 ਸਾਲ ਤੋਂ ਬਾਅਦ ਜਿਹੜੇ ਬੱਚੇ ਓਨਟਾਰੀਓ ਤੋਂ ਜਾਂ ਬਾਕੀ ਪ੍ਰੋਵਿੰਸਸ ਤੋਂ ਨਿਊ ਬ੍ਰੰਸਵਿਕ ਮੂਵ ਹੁੰਦੇ ਸੀ ਪਹਿਲੇ 6 ਮੰਥਸ ਤੋਂ ਬਾਅਦ ਐਲੀਜੀਬਲ ਹੋ ਜਾਂਦੇ ਸੀਗੇ ਪਰਮਨੈਂਟ PNP ਦੀ ਐਪਲੀਕੇਸ਼ਨ ਲਗਾਉਣ ਵਾਸਤੇ ਰੀਸੈਂਟ ਚੇਂਜਸ ਤੋਂ ਬਾਅਦ ਉਹ 1 ਸਾਲ ਤੋਂ ਵਿੱਚ ਉਹਨਾਂ ਨੂੰ 1 ਸਾਲ ਤੋਂ ਬਾਅਦ ਮੂਵ ਹੋ ਸਕਦੇ ਨੇ ਐਂਡ ਹਸਪਿਟੈਲਿਟੀ ਸਟਰੀਮ ਦੇ ਵਿੱਚ ਕਾਫੀ ਸਾਰੇ ਆਕੂਪੇਸ਼ਨਸ ਹੈਗੇ ਨੇ which have been paused for a very long time they don't want a new application in hospitality stream ਨਿਊ ਬ੍ਰੰਸਵਿਕ ਦੇ ਵਿੱਚ ਪ੍ਰਿੰਸ ਐਡਵਰਡ ਆਈਲੈਂਡ ਦਾ ਅਗਸਤ ਤੱਕ ਕੀ ਸੀਗਾ ਬੱਚੇ ਜਾਂਦੇ ਸੀ ਮੂਵ ਹੁੰਦੇ ਸੀਗੇ 6 ਮੰਥਸ ਕੰਮ ਕੀਤਾ PNP ਦੇ ਵਿੱਚ ਐਪਲੀਕੇਸ਼ਨ ਲਗਾਈ ਐਂਡ ਦੇ ਆਰ ਗੁੱਡ ਟੂ ਗੋ ਅਗਸਤ ਦੇ ਵਿੱਚ ਪੁਆਇੰਟ ਸਿਸਟਮ ਇੰਟਰੋਡਿਊਸ ਕਰ ਦਿੱਤਾ ਜਿਹੜੇ ਅਗਸਤ ਤੋਂ ਦਸੰਬਰ ਤੱਕ ਡਰਾਸ ਗਏ 55 ਦੇ ਸਕੋਰ ਦੇ ਉੱਤੇ ਕੱਟ ਆਫ ਗਿਆ ਜਨਵਰੀ ਐਂਡ ਫੈਬਰੀ ਦੇ ਡਰਾ 65 ਦੇ ਸਕੋਰ ਤੇ ਪਿਕ ਹੋ ਰਹੇ ਨੇ ਸੋ ਬੱਚਿਆਂ ਦੇ ਸਕੋਰ ਕਿਸ ਤਰ੍ਹਾਂ ਬਣਨਗੇ ਸੋ ਜਿਹੜੇ ਬੱਚੇ ਇਹ ਸੋਚ ਕੇ ਗਏ ਸੀਗੇ ਕਿ ਦਿਸ ਇਜ਼ ਵਾਟ ਵੀ ਵਾਂਟ ਦੇ ਵਿਲ ਹੈਵ ਟੂ ਆਸਕ देयर EMPLOYERS ਫॉर ਸਪੈਸ਼ਲ ਫੇਵਰਸ ਐਂਡ देयर आर ਸਟਿਲ ਸਟਰੀਮ ਜਿਹੜੀ ਪ੍ਰਿੰਸ ਐਡਵਰਡ ਆਈਲੈਂਡ ਦੇ ਵਿੱਚ ਉਹਨਾਂ ਨੂੰ ਕੁਆਲੀਫਾਈ ਕਰਾ ਸਕਦੀ ਜੇ ਪ੍ਰੋਵਾਈਡਡ LMIA EMPLOYER ਹੈਲਪ ਕਰਦਾ ਹੈ ਸੋ ਮੈਂ ਬੱਚਿਆਂ ਨੂੰ ਹਮੇਸ਼ਾ ਕਹਿੰਦਾ ਜਿਸ ਵੀ EMPLOYER ਦੇ ਕੋਲ ਕੰਮ ਕਰਦੇ ਹੋ ਪੂਰੀ ਸਿੰਸੀਅਰਿਟੀ ਨਾਲ ਓਨੈਸਟੀ ਨਾਲ ਕੰਮ ਕਰੋ ਨਾ ਆਪਣੇ EMPLOYERS ਨੂੰ ਵੀ ਕਹੋ ਕਿ ਤੁਹਾਨੂੰ ਹੈਲਪ ਚਾਹੀਦੀ ਹੈਗੀ ਹੈ PNP ਐਂਡ ਪਰਮਨੈਂਟ ਰੈਜ਼ੀਡੈਂਸੀ ਵਾਸਤੇ LMIA ਦੀ ਸੋ EMPLOYERS ਵਿਲ ਆਲਸੋ ਰੈਸੀਪਰੋਕੇਟ ਇਨ ਦ ਸੇਮ ਵੇ ਜਿਸ ਤਰ੍ਹਾਂ ਤੁਸੀਂ ਉੱਥੇ ਉਹਨਾਂ ਨਾਲ ਕੰਮ ਕਰ ਰਹੇ क्या बात है बिल्कुल अच्छा एक और चीज़ PNP ਦੀ ਜਾਨਣਾ ਚਾਹਾਂਗੇ ਬਹੁਤ ਲੋਕਾਂ ਨੂੰ ਇਸ ਚੀਜ਼ ਤੇ ਕਲੈਰਿਟੀ ਪੂਰੀ ਨਹੀਂ ਹੁੰਦੀ ਕਿ PNP ਅਚੀਵ ਕਰਨ ਤੋਂ ਬਾਅਦ ਕਈ ਸੋਚ ਕੇ ਜਾਂਦੇ ਕਿ PNP ਲੈ ਕੇ ਵਾਪਸ ਆ ਜਾਵਾਂਗੇ ਕੋਈ ਵੈਸੇ ਤਾਂ ਅਕੋਰਡਿੰਗ ਟੂ ਦ ਕੈਨੇਡੀਅਨ ਰਾਈਟ ਆਫ ਹਿਊਮਨ ਚਾਰਟਰ ਤੁਹਾਡੀ ਕੋਈ ਲਾਇਬਿਲਿਟੀ ਹੁੰਦੀ ਨਹੀਂ ਹੈ ਕਿ ਤੁਸੀਂ ਕਿਤੇ ਸਟਕ ਰਹਿਣਾ ਹੈ ਬਟ ਫॉर ਐਗਜ਼ਾਮਪਲ ਜੇ ਕਿਸੇ ਨੇ ਨੋਵਾ ਸਕੋਸ਼ੀਆ ਤੋਂ PNP ਲਿੱਤੀ ਹੈ ਆਫਟਰ ਗੈਟਿੰਗ देयर PR ਆਰ ਦੇ ਬਾਉਂਡ ਟੂ ਸੇ ਉਹਨਾਂ ਨੂੰ ਉੱਥੇ ਹੀ ਰਹਿਣਾ ਪਊਗਾ ਜਾਂ ਫਿਰ ਉਹ ਆ ਸਕਦੇ ਆ ਪ੍ਰਾਚੀ this is a very dicey question as per the charter of rights they can move anywhere they want nobody can bind them to a particular place but ਜਦੋਂ ਤੁਸੀਂ provincial PNP ਲੈ ਰਹੇ ਹੈਗੇ ਹੋ ਤੇ ਤੁਸੀਂ ਕਹਿ ਰਹੇ ਹੋ you are committing ਕਿ I am going to be a resident of this province and I will be staying in this province ਤਾਂ ਹੀ ਉਹ province ਤੁਹਾਨੂੰ ਵੀ help ਕਰ ਰਿਹਾ but ਇੱਕ ਚੀਜ਼ ਮੈਂ ਜ਼ਰੂਰ ਕਹੂੰਗਾ rather than staying in Ontario or in British Columbia ਜੇ ਤੁਹਾਨੂੰ PNPs ਤੁਹਾਡੀਆਂ ਨੋਵਾ ਸਕੋਸ਼ੀਆ ਦੇ ਵਿੱਚ ਸੈਸਕੈਚੁਆਨ ਦੇ ਵਿੱਚ ਅਲਬਰਟਾ ਦੇ ਵਿੱਚ ਮਿਲਦੀਆਂ stay in those provinces ਉਹ ਅੱਜ ਦੀ ਤਰੀਕ 'ਚ ਕੋਈ ਰੂਲ ਨਹੀਂ ਹੈਗਾ ਬਟ ਕੱਲ ਨੂੰ ਹੋ ਸਕਦਾ we might come up with a rule second of all ਅੱਜ ਦੀ ਤਰੀਕ ਦੇ ਵਿੱਚ cost of living is still lesser in these provinces job opportunities are much more ਬਿਜ਼ਨਸ ਓਪਰਚੁਨਿਟੀਜ਼ ਆਰ ਅਮੇਜ਼ਿੰਗ ਸੋ ਜਿਹੜਾ ਬਿਜ਼ਨਸ ਤੁਹਾਨੂੰ ਓਨਟਾਰੀਓ ਦੇ ਵਿੱਚ 1 ਮਿਲੀਅਨ ਦਾ ਮਿਲਦਾ ਉੱਥੇ ਹੋ ਸਕਦਾ ਤੁਹਾਨੂੰ 500,000 ਦਾ ਮਿਲ ਜਾਵੇ ਸੋ ਉੱਥੇ ਅੱਜ ਵੀ ਓਪਰਚੁਨਿਟੀਜ਼ ਹੈਗੀਆਂ ਸੋ ਉਸ ਐਸਪੈਕਟ ਨੂੰ ਦੇਖਦਿਆਂ ਹੋਇਆਂ ਉਹਦੇ ਉੱਤੇ ਕੰਮ ਕਰੋ ਬਿਲਕੁਲ ਜਾਨਣਾ ਚਾਹਾਂਗੇ ਛੋਟਾ ਜਿਹਾ ਸਵਾਲ ਓਨਟਾਰੀਓ ਵਿੱਚ ਜੇ ਕੋਈ ਜਿੰਨੇ ਵੀ ਦਰਸ਼ਕਾਂ ਜੋ ਕੋਈ ਸਟੂਡੈਂਟ ਜੇ ਦੇਖ ਰਿਹਾ ਫॉर ਐਗਜ਼ਾਮਪਲ ਉਹਨਾਂ ਨੇ ਜੇ PNP ਨੂੰ ਟਾਰਗੇਟ ਕਰਨਾ ਹੋਵੇ ਤਾਂ ਕਿਹੜੇ ਵਧੀਆ ਕੋਰਸਸ ਨੇ ਜਿਹੜੇ ਓਨਟਾਰੀਓ 'ਚ ਉਹ ਲੈ ਸਕਦੇ ਨੇ ਅਮੇਜ਼ਿੰਗ ਕੁਐਸਚਨ ਪ੍ਰਾਚੀ ਐਂਡ ਮੈਂ ਹਮੇਸ਼ਾ ਹੀ ਇਸ ਚੀਜ਼ ਦੇ ਉੱਤੇ ਫੋਕਸਡ ਹੈਗਾ ਬਿਕੋਜ਼ ਮੈਂ ਹਮੇਸ਼ਾ ਆਪਣੇ ਦੋਸਤਾਂ ਨੂੰ ਆਪਣੇ ਵਿਊਅਰਸ ਨੂੰ ਕਹਿਣਾ ਆਪਣੇ ਬੱਚਿਆਂ ਨੂੰ ਕਹਿਣਾ ਕਿ ਐਂਡ ਜਿਹੜੇ ਮਾਪਿਓ ਵੀ ਹੈਗੇ ਨੇ ਕਿ ਆਪਣੇ ਬੱਚੇ ਨੂੰ ਡਾਇਰੈਕਟ ਪ੍ਰੋਗਰਾਮ ਕੋਈ ਈਜ਼ੀ ਪ੍ਰੋਗਰਾਮ ਦੇ ਵਿੱਚ ਨਾ ਭੇਜੋ ਡੋਂਟ ਸੈਂਡ them to general business don't send them to general gas don't send them to project management 1 year program this is not going to lead them to any job any good job specific ਹੋ ਜਾਓ ਹੋਰ ਟ੍ਰੇਡਸ ਦੀ ਜੌਬਸ ਦੇ ਉੱਤੇ ਫੋਕਸ ਕਰ ਦਿਓ
ਟ੍ਰੇਡ ਦੀ ਜੌਬ $30 ਤੋਂ ਸ਼ੁਰੂ ਹੁੰਦੀ ਹੈ, ਹੈਲਥ ਸਰਵਿਸਿਜ਼ ਦੀ ਜੌਬਸ ਜਿਹੜੀਆਂ $27 ਤੋਂ ਸ਼ੁਰੂ ਹੁੰਦੀਆਂ ਹੈਗੀਆਂ, ਜਨਰਲ ਬਿਜ਼ਨਸ ਮੈਨੇਜਮੈਂਟ ਕਰਕੇ ਗ੍ਰੇਡ 12 ਤੋਂ ਬਾਅਦ ਜਾਂ ਤੁਸੀਂ ਪ੍ਰੋਜੈਕਟ ਮੈਨੇਜਮੈਂਟ ਕਰਕੇ ਵੇਅਰ ਡੂ ਯੂ ਲੈਂਡ ਅਪ $16-17 ਦੀ ਜੌਬ। ਰਜਿਸਟਰਡ ਮਸਾਜ ਥੈਰੇਪੀ ਦੀ ਜੌਬ ਜਿਹੜੀ ਹੈਗੀ ਹੈ ਪ੍ਰਾਚੀ, ਇਟ ਸਟਾਰਟਸ ਫਰੋਮ $70 to $80। $60 ਤੇ ਬੇਸਿਕ ਸਟੂਡੈਂਟ ਜਿਹਨੂੰ ਕੁਝ ਵੀ ਖਾਸ ਨਹੀਂ ਪਤਾ ਉਹ ਵੀ $60 ਦੀ ਜੌਬ ਤੇ ਸਟਾਰਟ ਕਰਦਾ ਹੈਗਾ। ਗੈਸ ਟੈਕਨੀਸ਼ੀਅਨ ਦੀ ਜੌਬ $35 ਪਰ ਆਰ ਤੋਂ ਸ਼ੁਰੂ ਹੁੰਦੀ ਹੈਗੀ ਹੈ। ਜਦੋਂ ਗੈਸ 3 ਦਾ ਲਾਇਸੈਂਸ ਆ ਜਾਂਦਾ ਤੇ $65 ਪਰ ਆਰ ਤੁਹਾਡੀ ਜੌਬ ਹੋ ਜਾਂਦੀ ਹੈਗੀ। ਸੋ ਬੱਚਿਆਂ ਨੂੰ ਆਪਣੇ ਤਿਆਰ ਕਰੋ ਉਹਨਾਂ ਜੌਬਸ ਵਾਸਤੇ ਵਿਚ ਆਰ ਇਨ ਡਿਮਾਂਡ ਐਟ ਦਿਸ ਮੋਮੈਂਟ। ਲੈਟ ਦੋਜ਼ ਚਿਲਡਰਨ ਨਾਟ ਸਟਰਗਲ। ਅਸੀਂ ਵੀਡੀਓਜ਼ ਦੇਖਦੇ ਹਾਂ ਅੱਜ ਕੱਲ੍ਹ ਰੋਜ਼ ਕੇ ਬੱਚੇ ਲਾਈਨ ਲਗਾ ਕੇ ਖੜੇ ਨੇ ਬੇਸਿਕ ਜੌਬਸ ਵਾਸਤੇ, ਸਰਵਰਸ ਦੀ ਜੌਬ ਵਾਸਤੇ। Why do our students our ਬੱਚੇ have to fall into that line? ਅਸੀਂ ਉਹਨਾਂ ਨੂੰ ਪਹਿਲੇ ਹੀ ਕਿਉਂ ਨਹੀਂ ਐਸੇ ਰਜਿਸਟਰਡ ਮਸਾਜ ਥੈਰੇਪੀ ਦੇ ਪ੍ਰੋਗਰਾਮਸ ਵਰਗੇ ਪ੍ਰੋਗਰਾਮਸ ਦੇ ਵਿੱਚ ਭੇਜਦੇ, ਗੈਸ ਦੇ ਪ੍ਰੋਗਰਾਮਸ ਵਾਸਤੇ ਭੇਜਦੇ, ਗੈਸ ਟੈਕਨੀਸ਼ੀਅਨਸ ਦੇ ਪ੍ਰੋਗਰਾਮ ਵਾਸਤੇ ਭੇਜਦੇ। ਜੇ ਉਹ ਸਟਾਰਟ ਵੀ ਕਰਨਗੇ ਤਾਂ ਵੀ $30 ਪਲੱਸ ਤੇ ਕਰਨਗੇ ਗੈਸ ਟੈਕਨੀਸ਼ੀਅਨਸ। ਬਿਲਕੁਲ। ਸੋ ਸਾਡਾ ਆਪਣਾ ਮਾਈਂਡਸੈਟ ਬੱਚਿਆਂ ਦਾ ਤੇ ਬੱਚਿਆਂ ਦੇ ਮਾਪਿਓ ਦਾ ਚੇਂਜ ਹੋਣਾ ਕਿ ਬੱਚੇ ਨੂੰ ਈਜ਼ੀ ਪ੍ਰੋਗਰਾਮ 'ਚ ਭੇਜਣ ਦਾ ਫਾਇਦਾ ਕੀ ਹੈਗਾ। ਟਰੱਕ ਡਰਾਈਵਿੰਗ ਦੇ ਵਿੱਚ ਜਾਏਗਾ, ਟਰੱਕ ਡਰਾਈਵਿੰਗ ਦੇ ਵਿੱਚ ਕਿੰਨੀ ਜੌਬ ਹੈਗੀ, $27 ਦੀ ਜੌਬ ਹੈਗੀ ਹੈ। ਅਲਟੀਮੇਟਲੀ ਕਰਕੇ ਪੋਸਟ ਗ੍ਰੈਡ ਵਰਕ ਪਰਮਿਟ $27 ਦੀ ਜੌਬ ਤੇ ਸਟਾਰਟ ਕਰੇਗਾ। ਵਾਈ ਆਰ ਵੀ ਨਾਟ ਫੋਕਸਡ ਟੁਵਰਡ $65-80 ਜੌਬ। ਸੋ ਸਾਡਾ ਮਾਈਂਡਸੈਟ ਬੱਚਿਆਂ ਦਾ ਚੇਂਜ ਹੋਣਾ ਚਾਹੀਦਾ ਹੈਗਾ। ਐਂਡ ਦੇਅਰ ਆਰ ਅਮੇਜ਼ਿੰਗ ਓਪਰਚੁਨਿਟੀਜ਼ ਸਟਿਲ ਇਨ ਕੈਨੇਡਾ। ਦੇਅਰ ਆਰ ਸਟਿਲ ਟ੍ਰੇਡਸ ਜਿੱਥੇ ਅਮੇਜ਼ਿੰਗ ਓਪਰਚੁਨਿਟੀਜ਼ ਹੈਗੀਆਂ, ਜੌਬ ਸਕੇਰਸਿਟੀ ਹੈਗੀ ਹੈ। ਸਾਡਾ ਇੱਕ ਇੱਥੇ ਕਾਲਜ ਹੈਗਾ ICT ਸਕੂਲਸ of massage therapy, ICT schools ਦਾ ਬੱਚਾ ਪਾਸ ਹੁੰਦਾ ਹੈ, ਪਾਸ ਆਊਟ ਹੁੰਦਾ ਹੈ, it right away gets picked up at $70 to $80 an hour job. ਇਟਸ ਅ ਪ੍ਰਾਈਵੇਟ ਕਾਲਜ ਐਂਡ ਉਹਦੀ ਜਿਹੜੀ ਉਹਦਾ ਕੋਰਸ ਦੀ ਰਿਕੁਆਇਰਮੈਂਟਸ ਹੈਗੀਆਂ ਜਾਂ ਕੋਰਸ ਜਿਹੜਾ ਟੀਚ ਕਰਦੇ ਨੇ ਉਹ UFT ਨਾਲੋਂ ਜ਼ਿਆਦਾ ਐਲੈਬੋਰੇਟ ਕੋਰਸ ਹੈਗਾ। ਐਂਡ UFT ਦੇ ਬੱਚੇ ਯੂਨੀਵਰਸਿਟੀ ਆਫ ਟੋਰਾਂਟੋ ਦੇ ਬੱਚਿਆਂ ਨਾਲੋਂ ਜਲਦੀ ਆ ਬੱਚੇ ਪਿਕ ਹੋ ਜਾਂਦੇ ਨੇ। ਸੋ ਸਾਡਾ ਮਾਈਂਡਸੈਟ ਹੋਣਾ ਚਾਹੀਦਾ ਕਿ ਵੀ ਹੈਵ ਟੂ ਬੀ ਫੋਕਸਡ ਟੁਵਰਡਸ ਦੋਜ਼ ਜੌਬਸ ਜਿਹੜੀਆਂ ਸਾਨੂੰ ਅਮੇਜ਼ਿੰਗ ਜੌਬ ਓਪਰਚੁਨਿਟੀ ਸਾਡੇ ਵਾਸਤੇ ਦਰਵਾਜ਼ੇ ਖੋਲ੍ਹਦੀਆਂ ਪਈਆਂ ਹੈਗੀਆਂ। ਜੀ ਬਿਲਕੁਲ। ਮੈਨੂੰ ਲੱਗਦਾ ਕਿਤੇ ਨਾ ਕਿਤੇ ਜਿਹੜੇ ਸਾਲ 2023 ਵਿੱਚ ਬੜੇ ਦਿਲ ਦਹਿਲਾਉਣ ਵਾਲੇ ਦ੍ਰਿਸ਼ ਵੀ ਸਾਹਮਣੇ ਆਉਂਦੇ ਸੀਗੇ ਕਿ ਸਟੂਡੈਂਟਸ ਨੂੰ ਕੁਝ ਮਿਲ ਨਹੀਂ ਰਿਹਾ। ਮੈਨੂੰ ਲੱਗਦਾ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਐਗਜ਼ੈਜਰੇਟ ਹੋ ਗਿਆ ਸੀਗਾ ਕਿ ਕੈਨੇਡਾ ਵਿੱਚ ਕੁਝ ਵੀ ਨਹੀਂ ਹੈਗਾ ਜਾਂ ਸਟੂਡੈਂਟਸ ਲਈ ਬਹੁਤ ਡਿਫਿਕਲਟ ਹੈ। ਸੋ ਮੈਨੂੰ ਲੱਗਦਾ ਜਿੰਨੇ ਵੀ ਦਰਸ਼ਕ ਨੇ ਉਹ ICC ਇਮੀਗ੍ਰੇਸ਼ਨ ਨੂੰ ਕੰਟੈਕਟ ਕਰ ਸਕਦੇ ਨੇ ਕਿਉਂਕਿ ਕੈਨੇਡਾ ਇਜ਼ ਸਟਿਲ ਦੀ ਲੈਂਡ ਆਫ ਓਪਰਚੁਨਿਟੀਜ਼ ਐਜ਼ MD ਹੈਜ਼ ਸੈਡ ਟੂ ਅਸ। ਸੋ ਤੁਸੀਂ ਹਲੇ ਵੀ ਇਹਨਾਂ ਨੂੰ ਕੰਟੈਕਟ ਕਰਕੇ ਜਾਣ ਸਕਦੇ ਹੋ ਕਿ ਤੁਹਾਡੇ ਲਈ ਕਿਹੜੀ ਜੌਬ ਜਾਂ ਕਿਹੜੀ ਸਟਰੀਮ ਵਧੀਆ ਹੋ ਸਕਦੀ ਹੈ ਥੋੜੀ ਜਿਹੀ ਹੋਰ ਮਿਹਨਤ ਨਾਲ। ਸੋ ਅੱਗੇ ਵਧਦੇ ਹਾਂ, ਬਿਜ਼ਨਸ ਦੀ ਗੱਲ ਕਰਦੇ ਹਾਂ। ਜੇ ਕਿਸੇ ਨੇ ਕੈਨੇਡਾ ਆ ਕੇ ਹੁਣ ਇਸ ਟਾਈਮ ਬਿਜ਼ਨਸ ਕਰਨਾ ਹੈ ਜਾਂ ਕੋਈ ਬਿਜ਼ਨਸ ਕਰਨ ਦਾ ਸੋਚ ਰਿਹਾ ਉਹਨਾਂ ਲਈ ਮਾਰਕੀਟ ਕਿਹੋ ਜਿਹੀ ਹੈ ਇਸ ਟਾਈਮ ਤੇ? ਮਾਰਕੀਟ ਇਜ਼ ਆਲਵੇਜ਼ ਗੁੱਡ। ਬਿਜ਼ਨਸਮੈਨ ਨੇ ਆਪਣੀ ਓਪਰਚੁਨਿਟੀਜ਼ ਆਪੇ ਐਕਸਪਲੋਰ ਕਰ ਲੈਣੀ ਹੈ ਬਿਕੋਜ਼ ਜਦੋਂ ਵੀ ਬਿਜ਼ਨਸਮੈਨ ਆਏਗਾ ਬਿਜ਼ਨਸਮੈਨ ਵਾਸਤੇ 4 ਪ੍ਰੋਗਰਾਮਸ ਬੇਸਿਕਲੀ ਐਗਜ਼ਿਸਟ ਕਰਦੇ ਨੇ। ਸਟਾਰਟਅਪ ਇਜ਼ one category, ICT ਇੰਟਰਾ ਕੰਪਨੀ ਟ੍ਰਾਂਸਫਰ ਇਜ਼ ਦਨ ਅਨਦਰ ਕੈਟੇਗਰੀ, ਓਨਰ ਓਪਰੇਟਰ ਇਜ਼ ਦਾ 3rd ਕੈਟੇਗਰੀ ਐਂਡ ਉਸ ਤੋਂ ਬਾਅਦ ਹਰ ਪ੍ਰੋਵਿੰਸ ਦਾ PNP ਪ੍ਰੋਗਰਾਮ ਐਗਜ਼ਿਸਟ ਕਰਦੇ ਨੇ ਐਂਟਰਪ੍ਰੀਨਿਓਰਸ ਵਾਸਤੇ। ਦਾ ਬੈਸਟ ਓਪਰਚੁਨਿਟੀ ਮੈਂ ਹਮੇਸ਼ਾ ਕਹਿੰਦਾ ਕਿ ICT ਇਜ਼ ਵਨ ਆਫ ਦਾ ਅਮੇਜ਼ਿੰਗ ਓਪਰਚੁਨਿਟੀਜ਼ ਇੰਟਰਾ ਕੰਪਨੀ ਟ੍ਰਾਂਸਫਰ। ਸੋ ਬੇਸਿਕਲੀ ਜਿਹੜਾ ਤੁਸੀਂ ਬਿਜ਼ਨਸ ਬੈਕ ਹੋਮ ਕਰ ਰਹੇ ਹੋ ਉਹਦੀ ਐਕਸਪੈਂਸ਼ਨ ਵਾਸਤੇ ਤੁਸੀਂ ਕੈਨੇਡਾ ਦੇ ਵਿੱਚ ਵੀਜ਼ਾ ਲੈ ਕੇ ਆ ਰਹੇ ਹੋ ਐਂਡ ਉਹਦੇ ਵਿੱਚ ਤੁਹਾਡੇ ਸਪਾਊਸ ਨੂੰ ਤੁਹਾਡੇ ਬੱਚਿਆਂ ਨੂੰ ਡਿਪੈਂਡੈਂਟ ਵੀਜ਼ਾ ਨਾਲ ਹੀ ਗ੍ਰਾਂਟ ਹੋ ਰਹੇ ਨੇ ਐਂਡ ਇੱਥੇ ਤੁਸੀਂ ਇਨਵੈਸਟਮੈਂਟ ਪਹਿਲਾਂ ਨਹੀਂ ਕਰ ਰਹੇ। ਤੁਸੀਂ ਇੱਥੇ ਪਹਿਲੇ ਵੀਜ਼ਾ ਲੈਂਦੇ ਪਏ ਹੋ ਉਸ ਤੋਂ ਬਾਅਦ ਆ ਕੇ ਕੈਨੇਡਾ ਐਕਸਪਲੋਰ ਕਰਦੇ ਹੋ। ਯੂ ਸਟਾਰਟ ਯੂਰ ਐਕਸਪੈਂਸ਼ਨ ਆਫ ਯੂਰ ਬਿਜ਼ਨਸ ਐਂਡ ਦੈਨ ਯੂ ਕੁਆਲੀਫਾਈ ਫॉर ਪਰਮਨੈਂਟ ਰੈਜ਼ੀਡੈਂਸੀ ਆਫਟਰ 1 year। ਸੋ ਦਿਸ ਇਜ਼ ਐਨ ਅਮੇਜ਼ਿੰਗ ਪ੍ਰੋਗਰਾਮ ਇੰਟਰਾ ਕੰਪਨੀ। ਸੋ ਬਾਕੀ ਪ੍ਰੋਗਰਾਮ ਦੇ ਵਿੱਚ ਓਨਰ ਓਪਰੇਟਰ ਦੇ ਵਿੱਚ ਯੂ ਹੈਵ ਟੂ ਇਨਵੈਸਟ ਫਰਸਟ ਐਂਡ ਉਸ ਤੋਂ ਬਾਅਦ ਤੁਸੀਂ ਵਰਕ ਪਰਮਿਟ ਵਾਸਤੇ ਅਪਲਾਈ ਕਰਦੇ ਹੋ, ਪਹਿਲੇ ਬਿਜ਼ਨਸ ਟੇਕ ਓਵਰ ਕਰਦੇ ਹੈਗੇ ਹੋ ਐਂਡ ਦੈਨ ਯੂ ਕੁਆਲੀਫਾਈ ਫॉर ਪਰਮਨੈਂਟ ਰੈਜ਼ੀਡੈਂਸੀ। ਪਹਿਲੇ ਓਨਰ ਓਪਰੇਟਰ ਦੇ ਵਿੱਚ ਕੀ ਹੁੰਦਾ ਸੀ ਜਿਹੜਾ LMI ਗ੍ਰਾਂਟ ਹੁੰਦਾ ਸੀਗਾ ਨਾ ਪ੍ਰਾਚੀ ਉਹ 200 ਪੁਆਇੰਟਸ ਦਾ LMI ਹੁੰਦਾ ਸੀਗਾ 2019 ਤੋਂ ਪਹਿਲਾਂ। 2019 ਦੇ ਵਿੱਚ ਗਵਰਨਮੈਂਟ saw ਕਿ IRCC saw that 80% of these people are going into this category and ਉਹ ਵਾਈਸ ਪ੍ਰੈਜ਼ੀਡੈਂਟ ਲੈਵਲ ਦੀ ਜੌਬ ਨਹੀਂ ਕਰ ਰਹੇ, ਉਹ ਜੌਬ ਤੇ ਇੱਕ ਮੈਨੇਜਰ ਜਾਂ ਸੁਪਰਵਾਈਜ਼ਰ ਲੈਵਲ ਦੀ ਕਰ ਰਹੇ। ਸੋ ਉਸ ਦਿਨ ਤੋਂ ਉਹਨਾਂ ਨੇ 2019 onward ਦੇ ਚੇਂਜ ਦ ਥਿੰਗਸ ਐਂਡ ਉਸ ਤੋਂ ਬਾਅਦ ਜਿਹੜਾ ਅੱਜ LMI ਗ੍ਰਾਂਟ ਹੁੰਦਾ ਹੈਗਾ ਉਹ 50 ਪੁਆਇੰਟਸ ਦਾ LMI ਗ੍ਰਾਂਟ ਹੁੰਦਾ ਅੰਟਿਲ ਅਨਲੈਸ ਕਿ ਇਟ ਇਜ਼ ਅ ਬਿਗਰ ਆਪਰੇਸ਼ਨ ਜਿਹਦੇ ਵਿੱਚ ਉਹ ਬਿਜ਼ਨਸ ਲੈ ਰਹੇ ਨੇ ਜਾਂ ਉਹਨਾਂ ਦੇ ਮਲਟੀਪਲ ਲੋਕੇਸ਼ਨਸ ਹੈਗੀਆਂ ਦੈਨ ਦੇ ਕੈਨ ਕੁਆਲੀਫਾਈ ਫॉर 200 ਪੁਆਇੰਟਸ LMI। ਤਾਂ ਉਹਨਾਂ ਇਟ ਆਲ ਡਿਪੈਂਡਸ ਕਿ ਤੁਸੀਂ ਇਨਵੈਸਟਮੈਂਟ ਕਿੰਨੀ ਕਰ ਰਹੇ ਹੋ, ਕਿਸ ਬਿਜ਼ਨਸ ਨੂੰ
ਨੂੰ ਐਕਸਪੈਂਸ਼ਨ ਵਾਸਤੇ ਲੈ ਕੇ ਆ ਰਹੇ ਹੋ, ਜੇ ਤੁਸੀਂ ਟੈਕ ਬਿਜ਼ਨਸ ਦੇ ਵਿੱਚ ਹੈਗੇ ਹੋ ਜਾਂ ਤੁਸੀਂ ਆਪਣਾ ਐਗਜ਼ਿਸਟਿੰਗ ਬਿਜ਼ਨਸ ਨੂੰ ਐਕਸਪੈਂਡ ਕੈਨੇਡਾ ਦੇ ਵਿੱਚ ਕਰ ਰਹੇ ਹੋ, ਆਈ ਥਿੰਕ ਦਿਸ ਇਜ਼ ਅ ਵੈਰੀ ਵੈਰੀ ਗੁੱਡ ਓਪਰਚੁਨਿਟੀ ਬਿਕੋਜ਼ ਤੁਹਾਡੇ ਕੋਲ ਨਾਰਥ ਅਮਰੀਕਨ ਮਾਰਕੀਟਸ ਐਸ ਸੱਚ ਖੁੱਲ ਜਾਂਦੀਆਂ ਹੈਗੀਆਂ। ਸੋ ਜਿੰਨੇ ਵੀ ਦੋਸਤ ਜਿਹੜੇ ਸਾਡੇ ਬਿਜ਼ਨਸ ਕਰ ਰਹੇ ਨੇ, ਇਫ ਯੂ ਵਾਂਟ ਟੂ ਐਕਸਪੈਂਡ ਐਂਡ ਲੁਕਿੰਗ ਫॉर ਓਪਰਚੁਨਿਟੀਜ਼ ਇਨ ਕੈਨੇਡਾ, ਇੱਕ ਵਾਰੀ ICC ਇਮੀਗ੍ਰੇਸ਼ਨ ਨਾਲ ਡਿਸਕਸ ਕਰੋ। ਐਂਡ ਜਦੋਂ ਡਿਸਕਸ ਕਰੋਗੇ ਤੇ ਉਸ ਤੋਂ ਪਹਿਲਾਂ ਸਾਨੂੰ 3 ਚੀਜ਼ਾਂ ਜ਼ਰੂਰ ਭੇਜਣੀਆਂ। ਇੱਕ ਤਾਂ 3 ਸਾਲ ਦੇ ਆਪਣੇ ਬਿਜ਼ਨਸ ਫਾਈਨੈਂਸ਼ੀਅਲਸ ਭੇਜਣੇ ਨੇ, ਦੂਸਰਾ ਆਪਣੇ ਨੈਟ ਐਸੈਟਸ ਦੀਆਂ ਡਿਟੇਲਸ ਭੇਜਣੀਆਂ, ਰਫ ਡਿਟੇਲਸ, ਤੀਸਰਾ ਆਪਣੇ CVs, ਹਸਬੈਂਡ ਵਾਈਫ ਦੇ CVs ਮੈਨੂੰ ਚਾਹੀਦੇ ਨੇ। ਸੋ ਐਂਡ ਚੌਥੀ, ਜੇ ਤੁਹਾਡੀ ਕੰਪਨੀ ਦੀ ਵੈਬਸਾਈਟ ਹੈਗੀ ਉਹ ਸਾਨੂੰ ਚਾਹੀਦੀ ਹੈ। ਸੋ ਆਹ 4 ਚੀਜ਼ਾਂ ਭੇਜੋਗੇ, ਵੀ ਵਿਲ ਇਵੈਲੂਏਟ ਯੋਰ ਆਪਸ਼ਨਸ ਐਂਡ ਟੈਲ ਯੂ ਕਿ ਕਿਹੜਾ ਆਪਸ਼ਨ ਤੁਸੀਂ ਕਿਸ ਤਰ੍ਹਾਂ ਬੈਸਟ ਯੂਜ਼ ਕਰ ਸਕਦੇ ਹੋ। ਬਿਲਕੁਲ, ਅੱਗੇ ਵਧਦੇ ਹਾਂ। ਬਹੁਤ ਆਪਾਂ ਦੇਖ ਰਹੇ ਹਾਂ ਕਿ ਰੀਸੈਂਟਲੀ LMIAs ਨੂੰ ਲੈ ਕੇ ਵੀ ਬਹੁਤ ਚਰਚਾ ਹੋ ਰਹੀ ਹੈ ਨਾ। LMIA ਇੱਕ ਇਹੋ ਜਿਹੀ ਚੀਜ਼ ਹੈ ਜਿਹਦੀ ਮਾਰਕੀਟ ਨੂੰ ਲੋੜ ਵੀ ਹੈ, ਬਟ ਕਿਤੇ ਨਾ ਕਿਤੇ LMIA ਨੂੰ ਲੈ ਕੇ ਕੁਝ ਲੋਕ ਫਸ ਵੀ ਜਾਂਦੇ ਹੈ ਨਾ। ਸੋ ਵੇਅਰ ਦੇयर इज ਗੁੱਡ देयर इज बैड। ਸੋ ਤੁਸੀਂ ਕਿਵੇਂ ਅਵੇਅਰਨੈਸ ਥੋੜੀ ਲੋਕਾਂ ਨੂੰ, ਜਿਹੜੇ ਬੱਚੇ ਵੀ ਲੈ ਰਹੇ ਨੇ, ਲੋਕੀ ਵੀ ਲੈ ਰਹੇ, ਉਹਨਾਂ ਨੂੰ ਕੁਝ ਅਵੇਅਰਨੈਸ LMIAs ਨੂੰ ਲੈ ਕੇ ਦੇਣਾ ਚਾਹੋਗੇ? ਪ੍ਰਾਚੀ, ਅੱਜ ਦੀ ਤਰੀਕ ਦੇ ਵਿੱਚ ਇੱਕ ਪਬਲਿਕ ਪਾਲਿਸੀ ਐਗਜ਼ਿਸਟ ਕਰਦੀ ਹੈ ਕਿ ਜੋ ਵੀ ਵਿਜ਼ਿਟਰ ਕੈਨੇਡਾ ਆਏਗਾ, ਜੇ ਉਹਨੂੰ ਕੋਈ ਜੌਬ ਆਫਰ ਮਿਲਦੀ ਹੈ ਤਾਂ ਉਹ ਆਪਣਾ ਸਟੇਟਸ ਚੇਂਜ ਕਰ ਸਕਦਾ ਹੈ ਵਿਦ ਇਨ ਕੈਨੇਡਾ। ਐਂਡ ਉਹ ਜਿਹੜਾ ਸਟੇਟਸ ਚੇਂਜ ਕਰਦਾ, ਜੌਬ ਆਫਰ ਇਜ਼ ਬੇਸਿਕਲੀ ਐਨ LMIA, ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ। ਸੋ LMIA ਜਿਹੜਾ ਗ੍ਰਾਂਟ ਕੀਤਾ ਜਾਂਦਾ ਹੈਗਾ, ਉਹ ਬੇਸਿਕਲੀ ਐਗਜ਼ਿਸਟਿੰਗ ਬਿਜ਼ਨਸ ਦੇ ਬੇਸ ਦੇ ਉੱਤੇ, ਉਹਨਾਂ ਦੇ ਫਾਈਨੈਂਸ਼ੀਅਲਸ ਦੇ ਉੱਤੇ, ਉਹਨਾਂ ਦੇ ਕੋਲ ਕਿੰਨੇ EMPLOYEES ਹੈਗੇ ਨੇ, ਉਹਦੇ ਬੇਸ ਦੇ ਉੱਤੇ ਆ ਚੀਜ਼ ਗ੍ਰਾਂਟ ਕੀਤੀ ਜਾਂਦੀ ਹੈਗੀ। ਆ ਜਦੋਂ ਗ੍ਰਾਂਟ ਹੋ ਗਿਆ, ਉਸ ਤੋਂ ਬਾਅਦ ਤੁਹਾਨੂੰ ਕੈਂਡੀਡੇਟ ਚਾਹੀਦਾ ਹੁੰਦਾ ਹੂ ਕੈਨ ਪਰਫਾਰਮ ਸੱਚ ਡਿਊਟੀਜ਼। ਹੁਣ ਬੇਸਿਕਲੀ ਅਸੀਂ ਕੈਨੇਡਾ ਦੇ ਵਿੱਚ ਦੇਖਦੇ ਹਾਂ ਕਿ ਬੇਸਿਕ ਜੌਬਸ ਜਿਹੜੀਆਂ ਹੈਗੀਆਂ, ਲੇਬਰ ਜੌਬਸ ਜਿਹੜੀਆਂ ਹੈਗੀਆਂ, ਦੇਰ ਆਰ ਵੈਰੀ ਫਿਊ ਲੋਕਲ ਕੈਨੇਡੀਅਨ ਜਿਹੜਾ ਉਹ ਜੌਬ ਕਰਨਾ ਚਾਹੁੰਦੇ ਨੇ। ਅਸੀਂ ਫਾਰਮ ਵਰਕਰਸ ਦੀ ਗੱਲ ਕਰ ਲਈਏ, ਨੋਬਡੀ ਵਾਂਟਸ ਟੂ ਗੈਟ ਇਨਟੂ ਫਾਰਮ ਵਰਕਿੰਗ ਐਟ ਦਿਸ ਮੋਮੈਂਟ। ਇੱਥੇ ਫਾਰਮ ਵਰਕਰਸ ਦੇ ਵਿੱਚ ਕੌਣ ਆਉਂਦੇ ਨੇ ਜੀ? ਮੈਕਸੀਕਨਸ ਆ ਕੇ ਕੰਮ ਕਰਦੇ ਨੇ, ਕੈਰੀਬੀਅਨਸ ਤੋਂ ਆ ਕੇ ਕੰਮ ਕਰਦੇ ਨੇ, ਗੁਆਟਾਮਾਲਨਸ ਆ ਕੇ ਕੰਮ ਕਰਦੇ ਨੇ, ਸਪੈਨਿਸ਼ ਆ ਕੇ ਕੰਮ ਕਰਦੇ ਨੇ, ਫਿਲੀਪੀਨੋਸ ਆ ਕੇ ਕੰਮ ਕਰਦੇ ਨੇ, ਵੀਅਤਨਾਮੀਜ਼ ਕੰਮ ਕਰਦੇ ਨੇ, ਕੁਝ ਬੜੇ ਛੋਟੇ ਤਾਦਾਦ ਦੇ ਵਿੱਚ ਇੰਡੀਅਨਸ ਵੀ ਆ ਕੇ ਇਸ ਸੈਕਟਰ ਦੇ ਵਿੱਚ ਕੰਮ ਕਰਦੇ ਨੇ। ਬਟ ਇੰਡੀਅਨਸ ਦਾ ਜਿਹੜਾ ਮੋਰ ਫੋਕਸ ਹੈਗਾ ਉਹ ਬ੍ਰਿਟਿਸ਼ ਕੋਲੰਬੀਆ ਵਾਲੇ ਪਾਸੇ ਫਾਰਮਸ ਦੇ ਉੱਤੇ ਹੈਗਾ। ਬਟ ਇੱਥੇ ਓਨਟਾਰੀਓ ਦੇ ਵਿੱਚ ਗ੍ਰੀਨ ਹਾਊਸਸ ਹੈਗੇ ਨੇ, ਕੈਟਲ ਫਾਰਮਸ ਹੈਗੇ ਨੇ, ਹੈਨ ਫਾਰਮਸ ਹੈਗੇ ਨੇ, ਐਗ ਫਾਰਮਸ ਹੈਗੇ ਨੇ। ਸੋ ਉੱਥੇ ਵੀ ਓਪਰਚੁਨਿਟੀਜ਼ ਐਗਜ਼ਿਸਟ ਕਰਦੀਆਂ। ਸੋ ਇਸ ਪ੍ਰੋਗਰਾਮ ਦੇ ਵਿੱਚ ਜੇ ਕੋਈ LMIA ਉਹਨਾਂ ਨੂੰ ਮਿਲ ਜਾਂਦਾ ਹੈਗਾ ਤੇ 1 ਸਾਲ ਕੰਮ ਕਰਨ ਤੋਂ ਬਾਅਦ, ਜੇ ਉਹਨਾਂ ਕੋਲ ਮਿਨੀਮਮ ਗ੍ਰੇਡ 12 ਹੈਗਾ ਤੇ 4 ਬੈਂਡਸ ਆਈਲੈਟਸ ਦੇ ਵਿੱਚ ਲੈ ਸਕਦੇ ਨੇ ਤੇ ਉਹ PNP ਵਾਸਤੇ ਜਾਂ PR ਵਾਸਤੇ ਅੰਡਰ ਪਾਇਲਟ ਪ੍ਰੋਗਰਾਮ ਕੁਆਲੀਫਾਈ ਕਰ ਸਕਦੇ ਨੇ। ਹੁਣ ਇਸੇ ਤਰ੍ਹਾਂ LMIA ਦੀ ਤੁਸੀਂ ਗੱਲ ਕੀਤੀ ਬੱਚਿਆਂ ਵਾਸਤੇ। ਜਿਹੜੇ ਬੱਚੇ, ਮੈਂ ਹਮੇਸ਼ਾ ਕਹਿੰਦਾ ਕਿ ਜਿਸ EMPLOYER ਨਾਲ ਤੁਸੀਂ ਕੰਮ ਕਰਦੇ ਹੋ ਪੂਰੀ ਸਿੰਸੀਅਰਿਟੀ ਨਾਲ ਕੰਮ ਕਰੋ, ਤਾਂ ਕਿ EMPLOYER ਤੁਹਾਨੂੰ ਬਦੋ ਬਦੀ ਹੀ ਨੋਜ਼ ਕਿ ਮੇਰਾ ਬਿਜ਼ਨਸ ਹੀ ਨਹੀਂ ਰਨ ਕਰ ਸਕਦਾ ਇਹਨਾਂ ਦੇ ਬਿਨਾਂ, ਇਸ ਬੱਚੇ ਦੇ ਬਿਨਾਂ। ਸੋ he will be more obliged to do an LMIA for you। ਐਂਡ ਇਨ ਕੇਸ ਕੋਈ ਬੱਚਾ ਇਹੋ ਜਿਹਾ ਹੈਗਾ ਜਾਂ ਕੋਈ ਫੋਰਨ ਵਰਕਰ ਇਹੋ ਜਿਹਾ ਹੈਗਾ ਜਿਹਨੂੰ ਇਹੋ ਜਿਹਾ ਸਟੇਟਸ ਹੀ ਨਹੀਂ ਮਿਲ ਪਾਇਆ ਜਾਂ ਇਹੋ ਜਿਹਾ EMPLOYER ਹੀ ਨਹੀਂ ਮਿਲ ਪਾਇਆ, ਤੇ ਆਪਣੀ CVs, ਆਪਣੀ ਡਿਟੇਲਸ ਸਾਡੇ ਨਾਲ ਸ਼ੇਅਰ ਕਰ ਦਿਓ। we might get you introduced to some employers, you know। ਬਿਲਕੁਲ। ਅੱਛਾ, EMPLOYERS ਦੀ ਗੱਲ, ਤੁਸੀਂ ਜੌਬਸ ਦੀ ਗੱਲ ਕੀਤੀ ਹੈ, ਜੌਬਸ ਦੇ ਬਾਰੇ ਜਾਣਨਾ ਚਾਹਾਂਗੇ। ਹੁਣ ਸ਼ੋਅ ਦੇ ਅਖੀਰਲਾ ਸੈਗਮੈਂਟ ਆਹੀ ਰੱਖਣਾ ਚਾਹਾਂਗੇ ਕਿ ਤੁਸੀਂ ਸਾਨੂੰ ਦੱਸੋ ਕਿ ਜੌਬਸ ਕਿੱਦਾਂ ਦੀ ਅਵੇਲੇਬਲ ਨੇ ਤੇ ਕਿਹਨਾਂ ਲਈ ਅਵੇਲੇਬਲ ਨੇ? ਪ੍ਰਾਚੀ, ਸਾਡੇ ਕੋਲ we have been in business for 18+ years। 18 ਸਾਲ ਤੋਂ ਜ਼ਿਆਦਾ ਸਾਨੂੰ ਅਰਸਾ ਹੋ ਗਿਆ ਇਮੀਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਹਨ। ਪਿਛਲੇ 18 ਸਾਲਾਂ ਦੇ ਵਿੱਚ ਅਸੀਂ ਕਾਫੀ ਸਾਰੇ EMPLOYERS ਦੇ ਨਾਲ ਕੰਮ ਕੀਤਾ ਹੈਗਾ। ਸੋ ਜੇ ਉਹਨਾਂ ਕੋਲ ਕੋਈ ਓਪਨਿੰਗਸ ਆਉਂਦੀਆਂ, ਰਿਕੁਆਇਰਮੈਂਟਸ ਆਉਂਦੀਆਂ, ਦੇ ਡੂ ਕਮ ਟੂ ਅਸ ਕਿ ਆਸਕਿੰਗ ਕਿ ਕੋਈ ਇਹੋ ਜਿਹਾ ਕੈਂਡੀਡੇਟ ਹੈਗਾ ਹੂ ਕੈਨ ਫਿਟ ਇਨ। ਸੋ ਸਾਡੇ ਕੋਲ ਇਸ ਟਾਈਮ ਤੇ ਓਪਨਿੰਗਸ, ਟ੍ਰੇਡ ਪ੍ਰੋਫੈਸ਼ਨਲਸ ਦੀ ਗੱਲ ਕਰੀਏ ਤੇ ਆਟੋ ਮਕੈਨਿਕਸ ਦੀਆਂ ਓਪਨਿੰਗਸ ਹੈਗੀਆਂ ਸਾਡੇ ਕੋਲ, ਡੈਂਟਲ ਪੇਂਟਰਸ ਦੀਆਂ, ਜਿਨ੍ਹਾਂ ਨੇ ਆਟੋ ਬੋਡੀ ਦਾ ਕੰਮ ਕੀਤਾ ਹੁੰਦਾ, ਆਟੋ ਬੋਡੀ ਟੈਕਨੀਸ਼ੀਅਨਸ, ਉਹਨਾਂ ਦੀਆਂ ਓਪਨਿੰਗਸ ਹੈਗੀਆਂ ਸਾਡੇ ਕੋਲ, ਇਲੈਕਟ੍ਰੀਸ਼ੀਅਨਸ ਦੀਆਂ ਓਪਨਿੰਗਸ ਹੈਗੀਆਂ ਸਾਡੇ ਕੋਲ, ਪਲੰਬਰਸ ਦੀਆਂ ਓਪਨਿੰਗਸ ਹੈਗੀਆਂ ਸਾਡੇ ਕੋਲ, ਕੰਸਟਰਕਸ਼ਨ ਦੇ ਵਿੱਚ ਕੰਕਰੀਟ ਫਿਨਿਸ਼ਰਸ ਦੀਆਂ ਓਪਨਿੰਗਸ ਹੈਗੀਆਂ, ਕਾਰਪੈਂਟਰਸ ਦੀਆਂ ਓਪਨਿੰਗਸ ਹੈਗੀਆਂ, ਕੈਬਿਨਟ ਮੇਕਰਸ ਦੀਆਂ ਓਪਨਿੰਗਸ ਹੈਗੀਆਂ, ਕੈਸ਼ੀਅਰਸ। ਇਹ ਕੈਸ਼ੀਅਰ ਸਾਨੂੰ ਉਹ ਚਾਹੀਦੇ ਨੇ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਇੱਥੇ ਹੈਗੇ ਨੇ। ਐਂਡ ਥੀਸ ਆਰ ਡੈਜ਼ਿਗਨੇਟਿਡ EMPLOYERS ਅਟਲਾਂਟਿਕ ਦੇ ਵਿੱਚ, ਐਂਡ ਦੇ ਵਿਲ ਹੈਲਪ ਦਾ ਕੈਂਡੀਡੇਟ ਐਜ਼ ਵੈਲ ਇਨ ਦੇਅਰ ਪਰਮਾਨੈਂਟ ਰੈਜ਼ੀਡੈਂਸੀ। ਸੋ ਸਾਡੇ ਕੋਲ ਕੈਸ਼ੀਅਰਸ ਦੀਆਂ ਓਪਨਿੰਗਸ ਹੈਗੀਆਂ, ਕੁਕਸ ਦੀਆਂ ਓਪਨਿੰਗਸ ਹੈਗੀਆਂ, ਬੇਕਰੀ ਵਰਕਰਸ ਦੀਆਂ ਓਪਨਿੰਗਸ ਹੈਗੀਆਂ ਸਾਡੇ ਕੋਲ ਕਲੀਨਰਸ ਦੀਆਂ ਓਪਨਿੰਗਸ ਹੈ, ਕਮਰਸ਼ੀਅਲ ਕਲੀਨਰਸ ਜਿਹੜੇ ਹੁੰਦੇ ਨੇ। ਇਸ ਟਾਈਮ ਤੇ ਪਾਇਲਟ ਵੀ ਚੱਲ ਰਿਹਾ ਹੈਗਾ, ਪਾਇਲਟਸ ਦੇ ਵਿੱਚ ਉਹ ਆਰਾਮ ਨਾਲ ਕੁਆਲੀਫਾਈ ਹੋ ਸਕਦੇ ਨੇ। ਸੋ ਸਾਡੇ ਕੋਲ ਹਾਊਸਕੀਪਿੰਗ ਦੀਆਂ ਓਪਨਿੰਗਸ ਹੈਗੀਆਂ, ਫਰੰਟ ਡੈਸਕ ਦੀਆਂ ਓਪਨਿੰਗਸ। ਸੋ ਵੀ ਹੈਵ ਵੇਰੀਡ ਓਪਨਿੰਗਸ। ਸੋ ਜਿੰਨੇ ਵੀ ਇੰਟਰਨੈਸ਼ਨਲ ਸਟੂਡੈਂਟ ਸਾਨੂੰ ਸੁਣ ਰਹੇ ਨੇ ਜਿਹਦੇ ਕੋਲ ਘੱਟੋ ਘੱਟ 18 ਮਹੀਨਿਆਂ ਦਾ ਪੋਸਟ ਗ੍ਰੈਡ ਵਰਕ ਪਰਮਿਟ
ਪੈਂਡਿੰਗ ਹੈਗਾ। ਜੇ ਤੁਸੀਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਬੈਠੇ ਵੇਟ ਕਰਦੇ ਪਏ ਹੋ, ਤੁਹਾਡਾ ਸਕੋਰ 100 ਤੋਂ ਥੱਲੇ ਹੈਗਾ ਤੇ 126 ਸਕੋਰ ਚੱਲ ਰਿਹਾ, ਇਟ ਇਜ਼ ਬੈਟਰ ਦੈਟ ਯੂ ਥਿੰਕ ਆਊਟ ਆਫ ਦਾ ਬਾਕਸ ਐਂਡ ਮੂਵ ਟੂ ਅ ਪ੍ਰੋਵਿੰਸ ਜਿੱਥੇ ਤੁਹਾਨੂੰ ਜਲਦੀ PR ਹੋ ਸਕੇ। ਇਸੇ ਤਰ੍ਹਾਂ ਪ੍ਰਿੰਸ ਐਡਵਰਡ ਆਈਲੈਂਡ ਵਾਲੇ, ਡੂ ਨਾਟ ਸਿਟ ਇਨ ਪ੍ਰਿੰਸ ਐਡਵਰਡ ਆਈਲੈਂਡ ਇਫ ਯੂ ਡੋਂਟ ਹੈਵ ਐਨ ਓਪਰਚੁਨਿਟੀ, ਜਾਂ ਜੇ ਤੁਹਾਨੂੰ ਸਭ ਦੇ ਰਸਤਾ ਨਹੀਂ ਨਜ਼ਰ ਆ ਰਿਹਾ। ਜੇ ਰਸਤਾ ਨਜ਼ਰ ਆ ਰਿਹਾ ਗ੍ਰੇਟ, ਜੇ ਨਹੀਂ ਆ ਰਿਹਾ ਤੇ ਕੰਸਲਟੇਸ਼ਨ ਵਾਸਤੇ ਤੁਸੀਂ ICC ਇਮੀਗ੍ਰੇਸ਼ਨ ਤੇ ਸਾਨੂੰ ਕੰਟੈਕਟ ਕਰ ਸਕਦੇ ਹੋ। ਵੀ ਵਿਲ ਗਿਵ ਯੂ ਅ very straightforward advice and we will suggest you ਕਿ what should be your future course of action. So international students ਜਾਂ visitors ਜਿਹੜੇ ਫਾਰਮ ਦੇ ਵਿੱਚ ਕੰਮ ਕਰਨ ਵਾਸਤੇ ਤਿਆਰ ਹੈਗੇ ਨੇ, ਜਾਂ ਲੇਬਰ ਦੀ ਜੌਬ ਕਰਨ ਵਾਸਤੇ ਤਿਆਰ ਹੈਗੇ ਨੇ, ਜਾਂ ਫਿਰ ਇਹੋ ਜਿਹਾ ਸਕਿੱਲ ਸੈੱਟ ਲੈ ਕੇ ਆਏ ਨੇ ਜਿਹਦੇ ਸਾਡੀ ਅਸੀਂ ਗੱਲ ਕੀਤੀ ਹੈ, ਤੇ ਇੱਕ ਵਾਰੀ ਸਾਨੂੰ ਜ਼ਰੂਰ ਕੰਟੈਕਟ ਕਰੋ ICC ਇਮੀਗ੍ਰੇਸ਼ਨ ਤੇ। ਸਾਡਾ ਈਮੇਲ ID ਹੈਗਾ info@iccimmigration.ca, WhatsApp ਨੰਬਰ 647-850-9000 ਐਂਡ ਆਫਿਸ ਦਾ ਨੰਬਰ ਹੈਗਾ ਜੀ 9054612424। ਬਿਲਕੁਲ, ਥੈਂਕ ਯੂ ਸੋ ਮਚ MD, ਤੁਸੀਂ ਸਾਡੇ ਨਾਲ ਜੁੜੇ ਤੇ ਤੁਸੀਂ ਸਾਨੂੰ ਬਹੁਤ ਸਾਰੀ ਚੀਜ਼ਾਂ ਤੇ ਬਹੁਤ ਸਾਰੇ ਟੌਪਿਕਸ ਨੂੰ ਕਲੀਅਰ ਵੀ ਕੀਤਾ। ਮੈਨੂੰ ਲੱਗਦਾ ਹੈ ਕਿ ਅਗਲੀ ਵਾਰ ਹੋਰ ਕੁਐਸਚਨਸ ਲਵਾਂਗੇ ਐਂਡ ਆਮ ਰੀਅਲੀ ਸੌਰੀ ਜਿਹੜੇ ਵੀ ਦਰਸ਼ਕਾਂ ਦਾ ਫੋਨ ਅੱਜ ਅਸੀਂ ਨਹੀਂ ਲੈ ਪਾਏ, ਕਿਉਂਕਿ ਅੱਜ ਚਰਚਾ ਬਹੁਤ ਜ਼ਿਆਦਾ ਮੈਨੂੰ ਲੱਗਦਾ ਡੀਪ ਟੌਪਿਕਸ ਤੇ ਚੱਲ ਰਹੀ ਸੀਗੀ ਤੇ ਬਹੁਤ ਇੰਟਰਸਟਿੰਗ ਟੌਪਿਕਸ ਅੱਜ ਸਾਡੇ ਅਸੀਂ ਪਿਕਅਪ ਕੀਤੇ ਸੀਗੇ। ਸੋ ਅਗਲੀ ਵਾਰ ਜਿਹਨੇ ਦਰਸ਼ਕਾਂ ਦਾ ਕਾਲ ਮਿਸ ਹੋਇਆ ਉਹ ਮੈਂ ਜ਼ਰੂਰ ਲਵਾਂਗੀ। ਤੁਸੀਂ ਆਪਦੇ ਕੁਐਸਚਨਸ ਰੈਡੀ ਰੱਖਿਓ। ਫਿਲਹਾਲ ਉਦੋਂ ਤੱਕ ਲਈ ਮੈਂ ਪ੍ਰਾਚੀ ਸੈਣੀ ਅੱਜ ਦੇ ਇਸ ਸ਼ੋਅ ਤੋਂ ਲੈਂਦੀ ਹਾਂ ਇਜਾਜ਼ਤ। ਫਿਰ ਮਿਲਾਂਗੇ ਜੀ, ਸਤਿ ਸ਼੍ਰੀ ਅਕਾਲ।